ਹੈ ਕਰ ਕਹਿ ਓਏ ਕਰੇ ਨਾ ਗੱਲਾਂ ਪਿੱਟਣ ਸਿਰ ਖੁਹੇ ਨਾ ਨਾਉ ਲੈਣਾ ਅਰ ਕਰਨ ਸਮਾਏ ਨਾਨਕ ਤਿਨ ਬਲਿਹਾਰੈ ਜਾਏ ਹੈ ਕਰ ਕਹਿ ਓਏ ਕਰੇ ਨਾ ਗੱਲਾਂ ਪਿੱਟਣ ਸਿਰ ਖੁਹੇ ਨਾ ਨਾਉ ਲੈਣਾ ਅਰ ਕਰਨ ਸਮਾਏ ਨਾਨਕ ਤਿਨ ਬਲਿਹਾਰੈ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਸ਼ਲੋਕ ਵਾਰਾਂ ਤੇ ਵਧੀਕ ਬਾਣੀ ਦੀ ਜੋ ਲੜੀਵਾਰ ਆਪਾਂ ਵਿਚਾਰ ਆਰੰਭ ਕੀਤੀ ਹੈ, ਤੇ ਇਸ ਲੜੀ ਦੇ ਤਹਿਤ ਅੱਜ ਆਪਾਂ 6 ਨੰਬਰ ਸ਼ਲੋਕ ਦਾ ਪਾਠ ਬੜੇ ਪਿਆਰ ਨਾਲ ਸਰਵਣ ਕੀਤਾ ਹੈ। ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1410 ਅੰਕ ਦੇ ਉੱਪਰ ਸੁਭਾਇਮਾਨ ਹੈ। ਤੁਸੀਂ ਨੋਟ ਕੀਤਾ ਹੋਵੇਗਾ ਆਪਾਂ 6 ਨੰਬਰ ਸ਼ਲੋਕ ਤੱਕ ਵਿਚਾਰ ਸਾਂਝੀ ਕਰ ਚੁੱਕੇ ਹਾਂ। ਇੱਕੇ ਪ੍ਰਕਰਨ ਵਿੱਚ ਇੱਕੇ ਵਿਸ਼ੇ 'ਤੇ ਗੁਰੂ ਸਾਹਿਬ ਜੀ ਸਾਨੂੰ ਗੱਲ ਸਮਝਾ ਰਹੇ ਨੇ। ਗੱਲ ਹਉਮੈ ਹੰਕਾਰ ਤੋਂ ਸ਼ੁਰੂ ਕੀਤੀ ਸੀ ਗੁਰਦੇਵ ਨੇ ਕਿ ਵੱਡੇ ਵੱਡੇ ਮਹੱਲ ਵੀ ਜ਼ਮੀਨ 'ਤੇ ਡਿੱਗਦੇ ਵੇਖੇ ਨੇ। ਹੇ ਭਾਈ, ਤੂੰ ਇਹ ਜੋਬਨ ਦਾ ਜਵਾਨੀ ਦਾ ਕਾਹਦਾ ਹੰਕਾਰ ਕਰਦਾ ਪਿਆ ਹੈ। ਫਿਰ ਦੂਸਰੇ ਸ਼ਲੋਕ ਵਿੱਚ ਸਾਨੂੰ ਵਪਾਰ ਕਰਨ ਦੀ ਗੱਲ ਦੱਸੀ। ਸੁਣ ਮੁੰਦੇ ਹਰਣਾਖੀਏ ਗੂੜਾ ਵੈਣ ਅਪਾਰ, ਪਹਿਲਾਂ ਵਸਤ ਸਿਝਾਣ ਕੇ ਤਾਂ ਕੀਚੇ ਵਪਾਰ। ਹੰਕਾਰੀ ਬੰਦਾ ਕਦੀ ਵੀ ਪਰਖ ਕੇ ਵਪਾਰ ਨਹੀਂ ਕਰਦਾ, ਉਹ ਹੰਕਾਰਵਸ ਹੋ ਕੇ ਕਈ ਵਾਰੀ ਗਲਤ ਸੌਦਾ ਖਰੀਦ ਬਹਿੰਦਾ ਹੈ। ਈਗੋ ਪ੍ਰੋਬਲਮ ਬੜੀ ਵੱਡੀ। ਉੱਥੇ ਤਾਂ ਸ਼ਬਦ ਵਰਤਿਆ ਵੀ ਜੇ ਵਾਕਈ ਤੂੰ ਜ਼ਿੰਦਗੀ 'ਚ ਸਿਆਣਾ ਬਣਨਾ ਚਾਹੁੰਦਾ ਹੈ, ਸੂਝਵਾਨ ਬਣਨਾ ਚਾਹੁੰਦਾ ਹੈ, ਤੇ ਪਹਿਲਾਂ ਵਸਤ ਸਿਝਾਣ ਕੇ ਤਾਂ ਕੀਚੇ ਵਪਾਰ। ਫਿਰ ਦੋਹੀ ਦਿੱਤੇ ਦੁਰਜਣਾ ਮਿੱਤਰਾਂ ਕੂ ਜੈਕਾਰ, ਜਿਤ ਦੋਹੀ ਸੱਜਣ ਮਿਲਣ ਲਹੋ ਮੁੰਦੇ ਵਿਚਾਰ ਦੀ ਗੱਲ ਕੀਤੀ ਹੈ। ਗੁਰਦੇਵ ਜੀ ਨੇ ਬਹੁਤ ਸੋਹਣੇ ਤਰੀਕੇ ਨਾਲ ਇਹਨਾਂ ਸ਼ਲੋਕਾਂ ਵਿੱਚ ਸਾਨੂੰ ਜਿਹੜੇ ਵਿਚਾਰ ਬਖਸ਼ਿਸ਼ ਕੀਤੇ ਨੇ। ਉਸ ਤੋਂ ਬਾਅਦ ਤੀਜੇ ਸ਼ਲੋਕ ਵਿੱਚ ਸਾਨੂੰ ਇਹ ਦੱਸਿਆ ਕਿ ਭਾਈ, ਜੇ ਤੂੰ ਪਾਣੀਆਂ ਦਾ ਤਾਰੂ ਬਣਨਾ ਚਾਹੁੰਦਾ ਹੈ ਤੇ ਤਰਨ ਦੀ ਕਲਾ ਉਹਨਾਂ ਕੋਲੋਂ ਪੁੱਛ ਜਿਹੜੇ ਤਾਰੀਆਂ ਲਾ ਰਹੇ ਨੇ। ਭਾਵ ਜੇ ਜ਼ਿੰਦਗੀ 'ਚ ਤੂੰ ਸਫਲ ਇਨਸਾਨ ਬਣਨਾ ਚਾਹੁੰਦਾ ਹੈ, ਇਹਨਾਂ ਵਿਸ਼ਿਆਂ ਵਕਾਰਾਂ ਤੋਂ ਬੁਰਾਈ ਤੋਂ ਮੁਕਤ ਹੋਣਾ ਚਾਹੁੰਦਾ ਹੈ, ਉਸ ਗੁਰੂ ਉਸ ਟੀਚਰ ਨੂੰ ਆਪਣੀ ਜ਼ਿੰਦਗੀ ਵਿੱਚ ਲੈ ਕੇ ਆ। ਉਸ ਗੁਰੂ ਦੇ ਰਸਤੇ 'ਤੇ ਤੁਰਨਾ ਸ਼ੁਰੂ ਕਰ ਦੇ ਤਾਂ ਕਿ ਤੂੰ ਹੀ ਆਪਣੀ ਜ਼ਿੰਦਗੀ ਵਿੱਚ ਸਫਲ ਹੋ ਸਕੇ। ਫਿਰ ਉਸ ਤੋਂ ਬਾਅਦ ਸਾਨੂੰ ਚੌਥੇ ਨੰਬਰ ਸ਼ਲੋਕ ਵਿੱਚ ਗੁਰਦੇਵ ਜੀ ਨੇ ਇਹ ਗੱਲ ਸਮਝਾਈ ਕਿ ਝੜੀਆਂ ਲੱਗਦੀਆਂ ਨੇ, ਝੱਖੜ ਆਉਂਦੇ ਨੇ, ਹੜ੍ਹ ਆਉਂਦੇ ਨੇ। ਇਹ ਬਾਹਰੀ ਤੌਰ 'ਤੇ ਆ, ਪਰ ਬੰਦੇ ਦੀ ਸੁਰਤ ਵਿੱਚ ਇਹ ਝੜੀ, ਇਹ ਝੱਖੜ, ਇਹ ਹੜ੍ਹ ਹਰ ਵਕਤ ਆ ਰਹੇ ਨੇ। ਕਿਹਨਾਂ ਅੰਦਰ? ਜਿਹੜੇ ਬੰਦੇ ਆਪਣੇ ਜੋਬਨ ਦਾ ਹੰਕਾਰ ਕਰਕੇ ਬੈਠ ਜਾਂਦੇ ਨੇ ਅਤੇ ਉਹ ਇਸ ਜੀਵਨ ਨੂੰ ਸਹੀ ਬਣਾਉਣ ਵਾਸਤੇ ਕਿਸੇ ਉਸਤਾਦ ਗੁਰੂ ਨੂੰ ਧਾਰਨ ਨਹੀਂ ਕਰਦੇ, ਭੁੱਲੇ ਰਹਿੰਦੇ ਆ, ਭਟਕੇ ਰਹਿੰਦੇ ਆ, ਆਪਣੀ ਜ਼ਿੰਦਗੀ ਕੋਝੀ ਬਣਾ ਕੇ ਬੈਠ ਜਾਂਦੇ ਆ। 5 ਨੰਬਰ ਸ਼ਲੋਕ ਵਿੱਚ ਗੁਰਦੇਵ ਜੀ ਨੇ ਬਹੁਤ ਪਿਆਰਾ ਬਚਨ ਕਿਹਾ, ਨਾਨਕ ਦੁਨੀਆ ਕੈਸੀ ਹੋਈ, ਦੁਨੀਆ ਕਿਹੜੇ ਕੋਝੇ ਰਾਹ ਤੁਰ ਪਈ ਆ, ਸਾਲਕ ਮੇਤ ਨ ਰਹਿਓ ਕੋਈ ਸਹੀ ਰਾਹ ਦੱਸਣ ਵਾਲਾ ਮਿੱਤਰ ਰਿਹਾ ਹੀ ਨਹੀਂ। ਹਰ ਬੰਦਾ ਆਪਣੇ ਵੱਲ ਖਿੱਚੀ ਜਾ ਰਿਹਾ ਹੈ, ਸੱਚ ਦੀ ਵਿਚਾਰ ਤੋਂ ਕੋਹਾਂ ਦੂਰ ਚਲੇ ਗਿਆ। ਭਾਈ ਬੰਦੀ ਹੇਤ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਹੁਣ ਜਿਨ੍ਹਾਂ ਦੀ ਜ਼ਿੰਦਗੀ ਵਿੱਚੋਂ ਦੀਨ ਚਲਾ ਜਾਂਦਾ ਹੈ, ਧਰਮ ਚਲਾ ਜਾਂਦਾ ਹੈ, ਫਿਰ ਉਹ ਭਾਵੇਂ ਮਰਦ ਹੈ ਅਤੇ ਭਾਵੇਂ ਔਰਤ ਹੈ, ਉਹਨਾਂ ਦੀ ਫਿਰ ਜੀਵਨ ਸ਼ੈਲੀ ਕਿੱਦਾਂ ਦੀ ਬਣਦੀ ਹੈ। ਗੁਰਦੇਵ ਜੀ ਫਿਰ ਇੱਥੇ 6 ਨੰਬਰ ਸ਼ਲੋਕ ਵਿੱਚ ਬਿਆਨ ਕਰ ਰਿਹਾ ਹੈ ਕਰਕੇ ਹੈ ਦਾ ਅਰਥ ਹਾਏ ਹਾਏ ਕਰਨਾ। ਉਹ ਹਰ ਵਕਤ ਉਹਨਾਂ ਦੀ ਜ਼ਿੰਦਗੀ 'ਚ ਹਾਏ ਹਾਏ ਮੁੱਕਦੀ ਨਹੀਂ, ਕਿਉਂਕਿ ਜਦੋਂ ਧਰਮ ਕੋਲ ਨਹੀਂ ਰਿਹਾ ਤਾਂ ਫਿਰ ਹਾਏ ਹਾਏ ਜੀਵਨ 'ਚ ਰਹਿਣਾ। ਹੈ ਕਰਕੇ ਓਏ ਕਰੇਨ ਗੱਲਾਂ ਪਿੱਟਣ ਸਿਰ ਖੁਹੇਨ। ਹੁਣ ਇੱਥੇ ਗੱਲਾਂ ਪਿੱਟਣ ਸਿਰ ਖੁਹੇਨ ਦਾ ਅਰਥ ਹੈ, ਆਮ ਕਰਕੇ ਸਾਡੇ ਸੋਚਦੇ ਵੀ ਸ਼ਾਇਦ ਇੱਥੇ ਮਰਨ ਤੋਂ ਬਾਅਦ ਦੀਆਂ ਗੱਲਾਂ ਗੁਰੂ ਸਾਹਿਬ ਕਰਦੇ ਆ, ਵੀ ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਉਦੋਂ ਗੱਲਾਂ ਪਿੱਟਦੇ ਆ, ਆਪਣੇ ਸਿਰ ਖੋਹਦੇ ਆ। ਨਹੀਂ, ਗੱਲ ਇੱਥੇ ਇਹ ਆ ਕਿ ਜਦੋਂ ਬੰਦੇ ਦੀ ਜ਼ਿੰਦਗੀ 'ਚੋਂ ਸੱਚ ਅਲੋਪ ਹੁੰਦਾ ਹੈ ਨਾ, ਇਹ ਵੀ ਇੱਕ ਮੌਤ ਹੈ। ਇੱਕ ਸਰੀਰ ਦੀ ਮੌਤ ਹੈ, ਫਿਜ਼ੀਕਲ ਮੌਤ ਹੈ। ਜਦੋਂ ਪਰਿਵਾਰ ਦਾ ਕੋਈ ਸਾਡਾ ਜੀ ਜਾਂਦਾ, ਕਿੱਦਾਂ ਬੰਦੇ ਦੁਹੱਥੜਾ ਮਾਰਦੇ ਆ, ਕਿੱਦਾਂ ਰੋਂਦੇ ਆ।
ਜਦੋਂ ਇਸ ਜੀਵਨ ਵਿੱਚੋਂ ਭੌਰ ਉਡਾਰੀ ਮਾਰਦਾ ਨਾ, ਜਿਹਦਾ ਜ਼ਿਕਰ ਗੁਰੂ ਸਾਹਿਬ ਨੇ ਬਾਣੀ 'ਚ ਆਸਾ ਕੀ ਵਾਰ 'ਚ ਕੀਤਾ ਕਿ ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਭੌਰ ਸਦਾਇਆ। ਜਦੋਂ ਇਹ ਮਨ ਅੰਧਾ ਭੋਗਾਂ 'ਚ ਪੈ ਪੈ ਕੇ, ਵਿਸ਼ਿਆਂ ਵਕਾਰਾਂ 'ਚ ਪੈ ਪੈ ਕੇ ਹੋਏ ਭਸਮੜ ਹੋ ਜਾਂਦਾ ਨਾ, ਭੌਰ ਸਦਾਇਆ, ਅੰਦਰੋਂ ਫਿਰ ਉਹ ਭੌਰੇ ਵਾਲਿਆ ਗੁਣ ਗਵਾਚ ਜਾਂਦਾ। ਫਿਰ ਵੱਡਾ ਹੋਆ ਦੁਨੀਦਾਰ, ਫਿਰ ਉਹ ਦੁਨੀਦਾਰ ਬੰਦਾ ਜਿਹੜਾ ਵੱਡਾ ਹੋ ਜਾਂਦਾ, ਭਾਵ ਉਹ ਵਿਸ਼ਿਆਂ ਵਕਾਰਾਂ 'ਚ ਪੈ ਕੇ ਭਸਮ ਦੀ ਢੇਰੀ ਬਣ ਜਾਂਦਾ। ਗਲ ਸੰਗਲ ਘੱਤ ਚਲਾਇਆ, ਭਾਵ ਉਹਦੇ ਅੰਦਰ ਵਕਾਰਾਂ ਦਾ ਸੰਗਲ ਪੈ ਜਾਂਦਾ। ਫਿਰ ਐਸੇ ਇਨਸਾਨ ਗੱਲਾਂ ਪਿੱਟਣ ਸਿਰ ਖੁਹੇਨ, ਹੈ ਕਰਕੇ ਉਹ ਕਰੇਨ, ਹਾਏ ਹਾਏ ਜੀਵਨ 'ਚੋਂ ਮੁੱਕਦੀ ਨਹੀਂ। ਕਿਉਂ? ਕਿਉਂਕਿ ਜਦੋਂ ਦੀਨ ਹੀ ਨਹੀਂ ਰਿਹਾ, ਧਰਮ ਹੀ ਨਹੀਂ ਰਿਹਾ, ਫਿਰ ਉਹਨਾਂ ਦੀ ਹਾਲਤ ਉਹ ਬਣ ਜਾਂਦੀ ਆ ਕਿ ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਰਲਾਏ। ਜਿਸ ਤਨ ਵਿੱਚੋਂ ਬਾਣੀ ਨਿਕਲ ਗਈ, ਜਿਸ ਬ੍ਰੇਨ ਦੀ ਅਗਵਾਈ ਸੱਚ ਨੇ ਨਹੀਂ ਕਰਨੀ, ਫਿਰ ਉਸ ਬ੍ਰੇਨ ਦੇ ਪਿੱਛੇ ਲੱਗਣ ਵਾਲੀ ਫੌਜ ਦੀ ਕੀ ਹਾਲਤ ਹੋਏਗੀ ਭਲਾ। ਹੁਣ ਅਗਵਾਈ ਕਰਨੀ ਸੀ ਬ੍ਰੇਨ ਦੀ। ਹੁਣ ਵੇਖੋ, ਸਾਡੀ ਬਾਡੀ ਦਾ ਆਗੂ ਮਨ ਆ, ਅਤੇ ਮਨ ਦੀ ਅਗਵਾਈ ਜਿਨ੍ਹਾਂ ਵਿਚਾਰਾਂ ਨੇ ਕਰਨੀ ਆ, ਇਹ ਮਨ ਜਿਨ੍ਹਾਂ ਵਿਚਾਰਾਂ ਦਾ ਬਣਿਆ, ਫਿਰ ਉਹਦੇ ਤੋਂ ਅੱਗੇ ਸਾਰੀ ਕਹਾਣੀ ਬਣਨੀ ਹੈ। ਹੁਣ ਜਦੋਂ ਮਨ ਦੀ ਅਗਵਾਈ, ਤਾਂ ਹੀ ਤਾਂ ਭਾਈ ਗੁਰਦਾਸ ਨੇ ਸ਼ਬਦ ਕਿਉਂ ਵਰਤਿਆ ਸੀ ਇਹ ਭਲਾ। ਭਾਈ ਗੁਰਦਾਸ ਜੀ ਦੇ ਬਚਨ ਪੜ੍ਹ ਕੇ ਵੇਖੋ, ਉੱਥੇ ਅੰਧਾ ਆਗੂ ਜੇਥੀਏ ਸਭ ਸਾਥ ਮੁਹਾਵੇ। ਜਦੋਂ ਆਗੂ ਇੰਨਾ ਹੋਏਗਾ ਤਾਂ ਪਿੱਛੇ ਤੁਰਨ ਵਾਲਾ ਜਿਹੜਾ ਸਾਥ ਹੈ ਉਹ ਤਾਂ ਖੂਹ 'ਚ ਡਿੱਗੇਗਾ। ਜਦੋਂ ਆਗੂ ਸਹੀ ਹੋਏਗਾ ਤਾਂ ਫਿਰ ਉਹਦਾ ਪਿੱਛੇ ਤੁਰਨ ਵਾਲਾ ਸਾਥ ਵੀ ਸਹੀ ਬਣੇ ਜਾਏਗਾ। ਇੱਥੇ ਸਾਡੇ ਸਰੀਰ ਦਾ ਆਗੂ ਸਾਡਾ ਮਨ ਹੈ, ਅਤੇ ਮਨ ਨੂੰ ਖੁਰਾਕ ਜਿੱਦਾਂ ਦੀ ਮਿਲ ਰਹੀ ਹੈ, ਮਨ ਧਰਮ ਤੋਂ ਸਖਣਾ ਹੋ ਗਿਆ, ਅਤੇ ਫਿਰ ਹੈ ਕਰਕੇ ਉਹ ਕਰਨ ਗੱਲਾਂ ਪਿੱਟਣ ਸਿਰ ਖੋਹੇਨ। ਫਿਰ ਐਸੇ ਮਨੁੱਖਾਂ ਦੇ ਜੀਵਨ ਵਿੱਚੋਂ ਹਾਏ ਹਾਏ ਮੁੱਕਦੀ ਨਹੀਂ ਸਾਰੀ ਜ਼ਿੰਦਗੀ। ਫਿਰ ਉਹ ਪਾਤਸ਼ਾਹ ਤਾਂ ਹੀ ਤਾਂ ਬਾਣੀ ਦਾ ਵਾਕ ਹੈ, ਸੋ ਜੀਵਿਆ ਜਿਸ ਮਨ ਵਸਿਆ ਸੋਏ। ਬਾਣੀ 'ਚ ਜਿਉਂਦਾ ਹੀ ਉਹਨੂੰ ਮੰਨਿਆ ਹੈ ਜਿਹਦੇ ਅੰਦਰ ਸੱਚ ਹੈ, ਜਿਹਦੇ ਅੰਦਰ ਧਰਮ ਹੈ, ਜਿਹਦੇ ਅੰਦਰ ਦੀਨ ਹੈ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵਿਆ ਕੋਏ। ਬਾਣੀ ਉਹਨੂੰ ਤਾਂ ਜਿਉਂਦਾ ਮੰਨਦੀ ਨਹੀਂ ਜਿਹਦੇ ਅੰਦਰ ਸੱਚ ਨਹੀਂ ਹੈਗਾ। ਹੁਣ ਪਹਿਲੇ ਸਲੋਕ 'ਚ ਆਪਾਂ 5 ਨੰਬਰ ਸਲੋਕ 'ਚ ਪੜ੍ਹ ਚੁੱਕੇ ਹਾਂ ਵੀ ਦੀਨ ਗਵਾਚ ਗਿਆ ਬੰਦੇ ਦੀ ਜ਼ਿੰਦਗੀ 'ਚੋਂ। ਜਦੋਂ ਦੀਨ ਹੀ ਚਲਾ ਗਿਆ, ਦੁਨੀਆ ਕਾਰਨ ਦੀਨ ਗਵਾਇਆ। ਦੁਨੀਆ ਦੇ ਪਿੱਛੇ ਲੱਗ ਕੇ ਜਦੋਂ ਦੀਨ ਗਵਾ ਲਿਆ, ਵਿਸ਼ਿਆਂ ਵਕਾਰਾਂ 'ਚ ਪੈ ਗਏ, ਫਿਰ ਹੈ ਕਰਨ, ਹੈ ਤੇ ਜੀਵਨ 'ਚ ਰਹਿਣੀ ਹੈ। ਅੱਜ ਦੁਨੀਆ ਹਾਏ ਨਹੀਂ ਕਰ ਰਹੀ। ਸਾਰਾ ਕੁਝ ਬੰਦੇ ਦੇ ਕੋਲ ਹੈ, ਕਾਰ ਹੈ, ਗੱਡੀਆਂ ਹੈ, ਜ਼ਮੀਨਾਂ ਜਾਇਦਾਦਾਂ ਸਭ ਕੁਝ ਹੈਗੀਆਂ ਨੇ, ਪਰ ਕੁਰਲਾਟ ਹੈ। ਜਿਉ ਤਪਤ ਹੈ ਬਾਰੋ ਬਾਰ। ਜਿਉ ਦੀ ਤਪਸ਼, ਹਿਰਦੇ ਦੀ ਤਪਸ਼ ਨਹੀਂ ਜਾ ਰਹੀ। ਜਿਉ ਤਪਤ ਹੈ ਬਾਰੋ ਬਾਰ, ਤਪ ਖਪੇ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ। ਹੁਣ ਬਾਣੀ ਸੱਚ, ਜਦੋਂ ਸੱਚ ਦੀ ਬਾਣੀ ਅੰਦਰੋਂ ਨਿਕਲ ਗਈ, ਜੋ ਪੱਕਾ ਰੋਗੀ ਵਿਰਲਾਏ। ਹੁਣ ਪਾਤਸ਼ਾਹ ਦੀ ਬਾਣੀ ਕਹਿੰਦੀ ਪੱਕਾ ਰੋਗੀ ਕਿਹੜਾ ਹੁੰਦਾ? ਜਿਹਨੂੰ ਕੋਹੜ ਹੋ ਜਾਏ, ਨਾਸੂਰ ਬਣ ਕੇ ਜ਼ਖਮ 24 ਘੰਟੇ ਵਹਿੰਦੇ ਰਹਿਣ, ਇੱਕ ਦਿਨ 'ਚ 2 3 ਵਾਰ ਬੈੱਡ ਸ਼ੀਟ ਚੇਂਜ ਕਰਨੀ ਪਵੇ। ਪਰਿਵਾਰ ਦੇ ਜੀਵੀ ਨੱਕ ਦੇ ਉੱਤੇ ਕੱਪੜਾ ਰੱਖ ਕੇ ਉਹਦੇ ਰੂਮ 'ਚ ਜਾਂਦੇ ਆ। ਸਿੱਧਾ ਨਹੀਂ ਮੂੰਹ ਕਹਿੰਦੇ, ਪਰ ਕਈ ਵਾਰੀ ਮਨ 'ਚ ਇਹ ਗੱਲਾਂ ਆਉਂਦੀਆਂ ਨੇ, ਇਹਦੇ ਨਾਲੋਂ ਤਾਂ ਮਾਲਕ ਜੀ ਚੱਕ ਹੀ ਲਓ ਤੁਸੀਂ, ਜੀਵਨ ਰੀਲਾ ਔਖਾ। ਹੁਣ ਉਹ ਪੱਕਾ ਰੋਗੀ ਕੌਣ ਹੈ? ਜਿਹਦੇ ਜ਼ਖਮਾਂ 'ਚੋਂ ਪਾਕ ਵਹਿ ਰਹੀ ਹੈ, ਪੀਕ ਵਗ ਰਹੀ ਹੈ। ਇੱਥੇ ਹੁਣ ਪੱਕਾ ਰੋਗੀ ਜਿਵੇਂ ਉਹ ਕਰਲਾਉਂਦਾ ਹੈ, ਇੱਦਾਂ ਪੱਕਾ ਰੋਗੀ ਵੇਖਿਆ ਤੁਸੀਂ? ਰਾਤ ਨੂੰ ਵੀ ਹਾਏ ਕਰਦਾ, ਦਿਨ ਵੇਲੇ ਵੀ ਹਾਏ ਕਰਦਾ। ਹੁਣ ਸੋਚ ਕੇ ਵੇਖੋ, ਉਹਦੇ ਲਾਗੇ ਜਿਹੜੇ 10 ਮਿੰਟ ਬੰਦੇ ਬੈਠੇ, ਉਹਨਾਂ ਨੂੰ ਕਿੱਦਾਂ ਮਹਿਸੂਸ ਹੋ ਰਿਹਾ, ਅਤੇ ਜਿਹੜਾ ਖੁਦ ਕਰ ਰਿਹਾ ਉਹਦੀ ਕੀ ਹਾਲਤ ਹੈ ਵਿਚਾਰੇ ਦੀ। ਇੱਥੇ ਸ਼ਬਦ ਵਰਤਿਆ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ। ਜਿਹਦੇ ਤਨ ਵਿੱਚੋਂ ਬਾਣੀ ਨਿਕਲ ਗਈ, ਉਹ ਪੱਕੇ ਰੋਗੀ ਦੀ ਤਰ੍ਹਾਂ, ਕੋੜੀ ਦੀ ਤਰ੍ਹਾਂ ਹਾਏ ਕਰਦੇ। ਅੱਜ ਹਾਏ ਨਹੀਂ ਕਰ ਰਹੇ, ਬੜੇ ਅਹੁਦਿਆਂ 'ਤੇ ਬੈਠੇ ਵੀ ਹਾਏ ਕਰ ਰਹੇ ਆ, ਜਾਇਦਾਦਾਂ ਦੇ ਢੇਰ 'ਤੇ ਬੈਠੇ ਵੀ ਹਾਏ ਕਰ ਰਹੇ ਆ। ਕਿਉਂ? ਕਿਉਂਕਿ ਅੰਦਰੋਂ ਦੀਨ ਗਵਾਚ ਗਿਆ। ਸਾਲਕ ਮਿੱਤ ਕੋਲ ਨਹੀਂ ਹੈਗਾ, ਜਿਹੜਾ ਅਸਲੀ ਮਿੱਤਰ ਸੀ ਉਹਦੇ ਨਾਲ ਤੇ ਸਾਂਝ ਪਾਈ ਨਹੀਂ, ਫਿਰ ਹਾਏ ਜੀਵਨ 'ਚ ਕਰਨਾ ਹੀ ਸੀ। ਪਿਆਰਿਓ, ਇਹਨਾਂ ਸ਼ਬਦਾਂ ਦਾ ਸੰਬੰਧ ਮਰਨ ਤੋਂ ਬਾਅਦ ਨਹੀਂ, ਵੀ ਮਰਨ ਤੋਂ ਬਾਅਦ ਗੱਲਾਂ ਪਿੱਟਦੇ ਆ ਅਤੇ ਸਿਰ ਖੋਹਦੇ ਆ। ਗੱਲ ਜਿਉਂਦੇ ਦੀ ਆ, ਭਾਵੇਂ ਗੱਲ ਮੌਤ ਦੀ ਆ, ਪਰ ਮੌਤ ਇੱਥੇ ਆਤਮਿਕ ਮੌਤ ਆ। ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, 3 ਕਿਸਮ ਦੀ ਮੌਤ ਦਾ ਜ਼ਿਕਰ ਆ ਬਾਣੀ 'ਚ। ਪਹਿਲੀ ਮੌਤ ਫਿਜ਼ੀਕਲ, ਸਰੀਰਕ ਮੌਤ, ਜਿਹੜੀ ਸਾਰਿਆਂ 'ਤੇ ਆਉਣੀ ਹੈ, ਜਿਹਦੇ ਬਾਰੇ ਬਾਣੀ ਲਿਖਿਆ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਇਹ ਦੁਨੀਆ 'ਤੇ ਜੋ ਪੈਦਾ ਹੋਇਆ ਉਹਨੇ ਬਿਨਸਣਾ, ਖਤਮ ਹੋਣਾ ਹੈ। ਜਿਹੜੀ ਬਿਲਡਿੰਗ ਬਣੀ ਉਹਨੇ ਢੱਠਣਾ ਹੈ, ਜਿਹੜਾ ਕੱਪੜਾ ਬਣਿਆ ਉਹਨੇ ਕਦੀ ਪਾਟਣਾ ਹੈ, ਜੋ ਦਿਸ ਰਿਹਾ ਉਹਨੇ ਨਾਸ਼ ਹੋਣਾ ਹੈ। ਇਹ ਸਰੀਰ ਦੀ ਮੌਤ ਹੈ, ਜੋ ਦਿਸ ਰਿਹਾ ਉਹਦੀ ਮੌਤ ਹੈ। ਜੋ ਉਪਜਿਓ ਸੋ ਬਿਨਸ ਹੈ। ਫਿਰ ਇੱਕ ਮੌਤ ਹੈ ਜਦੋਂ ਮਨੁੱਖ
ਵਿਸ਼ਿਆਂ ਵਕਾਰਾਂ 'ਚ ਪੈ ਕੇ ਸੱਚ ਵਾਲੇ ਬੰਨੇ ਉਹ ਮਰ ਜਾਂਦਾ ਹੈ। ਜਿਹਨੂੰ ਬਾਣੀ ਦੀ ਆਖਾਂ ਜੀਵਾਂ ਵਿਸਰ ਗਿਆ ਮਰ ਜਾਉ। ਸੱਚ ਨਾਲੋਂ ਨਾਤਾ ਟੁੱਟ ਗਿਆ, ਬੰਦੇ ਦੀ ਮੌਤ ਹੋ ਗਈ। ਇਹ ਦੂਜੀ ਮੌਤ ਹੈ। ਜਦੋਂ ਇਹ ਮੌਤ ਆਉਂਦੀ ਹੈ ਨਾ ਬੰਦੇ ਦੇ ਜੀਵਨ 'ਚ, ਉਦੋਂ ਹਾਏ ਹਾਏ ਕਰਦਾ। ਜਦੋਂ ਸੱਚ ਨਾਲੋਂ ਲਿੰਕ ਟੁੱਟਦਾ ਹੈ ਉਦੋਂ ਫਿਰ ਹਾਏ ਹਾਏ ਕਰਦਾ, ਕਿਉਂਕਿ ਵਿਸਰ ਗਿਆ ਤੇ ਮਰ ਜਾਉ। ਬੰਦੇ ਨੇ ਮਰਨਾ ਹੀ ਸੀ, ਵਿਸਰ ਗਿਆ, ਸੱਚ ਨਾਲੋਂ ਲਿੰਕ ਟੁੱਟ ਗਿਆ। ਆਖਾਂ ਜੀਵਾਂ ਵਿਸਰੇ ਮਰ ਜਾਉ। ਤਾਂ ਹੀ ਆਖਿਆ ਸੀ ਆਖਣੇ ਔਖਾ ਸਾਚਾ ਨਾਉ। ਆਖਣੇ ਔਖਾ ਸਾਚਾ ਨਾਉ ਕਿਹੜਾ? ਜੇ ਤਾਂ ਇਕੱਲਾ ਨਾਮ ਮੂੰਹ ਨਾਲ ਕਹਿਣਾ ਹੋਵੇ ਤਾਂ ਕਿੰਨਾ ਕੁ ਆਖਣਾ। ਲੋਕ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਅੱਲਾ ਅੱਲਾ ਤੇ ਘੰਟੇ ਬੱਧੀ ਕਰ ਲੈਂਦੇ ਆ। 10 ਮਿੰਟ ਕਰਨਾ ਸੌਖਾ ਹੈ, ਪਰ ਆਪਣੇ ਵਿਹਾਰ 'ਚ ਉਸ ਸੱਚ ਨੂੰ ਲੈ ਕੇ ਆਉਣਾ ਔਖਾ ਹੈ। ਹੁਣ ਘਰ 'ਚ ਬੈਠ ਕੇ ਤੇ ਇੱਕ ਅਫਸਰ ਵੀ ਪਾਠ ਕਰ ਲੈਂਦਾ, ਪਰ ਉਸ ਪਾਠ ਦੀ ਵਿਚਾਰ ਨੂੰ ਆਪਣੇ ਆਫਿਸ ਤੱਕ ਲੈ ਕੇ ਜਾਏਗਾ? ਪਤਾ ਜੇ ਉੱਥੇ ਖੜਿਆ ਤਾਂ ਰਿਸ਼ਵਤ ਕਿੱਦਾਂ ਫੜਾਂਗਾ ਮੈਂ? ਕਿੱਦਾਂ ਕਹਾਂਗਾ ਭਾਈ ਟਿਫਨ 'ਚ ਪਾ ਕੇ, ਬਰਫੀ ਵਾਲੇ ਡੱਬੇ 'ਚ ਪਾ ਕੇ ਮੇਰੇ ਘਰ ਰਿਸ਼ਵਤ ਦਿਆ? ਆਖਣੇ ਔਖਾ ਸਾਚਾ ਨਾਉ ਕੀ ਹੈ? ਮੂੰਹ ਨਾਲ ਕਹਿਣਾ 10 ਮਿੰਟ ਸੌਖਾ ਹੈ, ਪਰ ਆਪਣੇ ਵਿਹਾਰ ਦੇ ਵਿੱਚ ਲੈ ਕੇ ਆਉਣਾ ਉਹ ਔਖਾ ਹੈ। ਜੇ ਵਿਹਾਰ 'ਚ ਆ ਗਿਆ ਫਿਰ ਤਾਂ ਸਾਰਾ ਸੰਸਾਰ ਕਿੱਡਾ ਕਮਾਲ ਦਾ ਬਣੇਗਾ ਭਲਾ। ਫਿਰ ਤਾਂ ਬੈਕੁੰਠ ਨਹੀਂ ਬਣ ਜਾਏਗਾ, ਸਵਰਗ ਨਹੀਂ। ਫਿਰ ਸੱਚੀ ਗੱਲ ਹੈ ਕਿਸੇ ਦਾ ਮਰਨ ਨੂੰ ਦਿਲ ਕਰੂ? ਫਿਰ ਤਾਂ ਕੋਈ ਬੰਦਾ ਇੱਥੋਂ ਆਤਮ ਹੱਤਿਆ ਕਰੇਗਾ, ਗਲ 'ਚ ਰੱਸਾ ਪਾਏਗਾ, ਕੋਈ ਸਲਫਾਸ ਦੀ ਗੋਲੀ ਖਾਏਗਾ, ਕੋਈ ਟ੍ਰੇਨ ਥੱਲੇ ਜਾ ਕੇ ਆਪਣਾ ਸਿਰ ਦੇਵੇਗਾ। ਜਦੋਂ ਉਹਨੇ ਆਪਣੇ ਵਿਹਾਰ 'ਚ ਲੈ ਕੇ ਸਾਰਾ ਸੰਸਾਰ ਹੀ ਵਧੀਆ ਬਣ ਗਿਆ, ਜ਼ਿੰਦਗੀ ਖੂਬਸੂਰਤ ਬਣ ਗਈ, ਅਤੇ ਕਿਹੜਾ ਜੀਵਨ ਕਮਾਲ ਦਾ ਹੋਏਗਾ ਭਲਾ। ਹੈਗੇ ਨੇ ਅਜੇ ਵੀ ਕੁਝ ਇਲਾਕੇ ਹੈਗੇ ਨੇ, ਦੁਨੀਆ 'ਤੇ ਸਾਰਾ ਕੁਝ ਖਤਮ ਨਹੀਂ ਹੋਇਆ। ਜਦੋਂ ਮੈਂ ਆਸਟ੍ਰੇਲੀਆ ਗਿਆ ਸੀ ਅਤੇ ਉੱਥੇ ਅਸੀਂ ਇੱਕ ਵਾਰ ਇੱਦਾਂ ਫਾਰਮ ਵੱਲ ਨੂੰ ਜਾ ਰਹੇ ਹਾਂ, ਮੇਰੇ ਨਾਲ ਉੱਥੋਂ ਦੇ ਵੀਰ ਨੇ, ਅਤੇ ਅਸੀਂ ਰੋਡ ਦੇ ਕੰਢੇ 'ਤੇ ਇੱਦਾਂ ਨਾ ਫਰੂਟ ਦੀਆਂ ਇੱਦਾਂ ਦੁਕਾਨਾਂ ਵੇਖੀਆਂ। ਕੋਈ ਬੰਦਾ ਨਹੀਂ ਉੱਥੇ ਵੇਚਣ ਵਾਲਾ। ਫਰੂਟ ਦਾ ਉੱਥੇ ਨਾਮ ਲਿਖਿਆ, ਫਰੂਟ ਰੱਖਿਆ ਲਾਗੇ, ਉਹ ਕਿੰਨੇ ਡਾਲਰ ਦਾ ਨਾਲ ਲਿਖ ਕੇ ਰੱਖਿਆ। ਅਤੇ ਮੈਂ ਉਹਨੂੰ ਪੁੱਛਿਆ ਜੀ ਇੱਥੇ ਦੁਕਾਨਦਾਰ ਤਾਂ ਕੋਈ ਵੀ ਨਹੀਂ ਹੈਗਾ, ਇਹ ਕਿੱਦਾਂ ਵੇਚਦੇ ਆ? ਉਹ ਕਹਿੰਦੇ ਜੀ ਇੱਥੇ ਇਮਾਨਦਾਰੀ ਵੇਖੋ। ਅਜੇ ਵੀ ਕੁਝ ਮਤਲਬ ਦੁਨੀਆ 'ਤੇ ਹੈਗੇ ਆ ਨਾ ਇੱਦਾਂ ਦੇ ਲੋਕ ਕਿ ਜਿੱਥੇ ਫਰੂਟ ਪਿਆ ਇੱਦਾਂ ਸਾਹਮਣੇ, ਉੱਥੇ ਲਾਗੇ ਉਹਨਾਂ ਡਾਲਰ ਦੱਸੇ ਵੀ ਇੰਨੇ ਡਾਲਰ ਆ। ਉੱਥੇ ਬੰਦਾ ਡਾਲਰ ਪਾਉਂਦਾ ਉੱਥੇ ਅਤੇ ਉੱਥੋਂ ਫਰੂਟ ਲੈ ਕੇ ਤੁਰ ਜਾਂਦਾ। ਮੈਂ ਕਿਹਾ ਜੀ ਉਹਨਾਂ ਨੂੰ ਘਾਟਾ ਨਹੀਂ ਪੈਂਦਾ? ਉਹ ਕਹਿੰਦੇ ਜਿੰਨੀ ਕੁ ਸਾਡਾ ਇਸ ਬੰਦੇ ਨਾਲ ਵਾਹ, ਜਦੋਂ ਉਹ ਸਵੇਰੇ ਰੱਖ ਜਾਂਦਾ, ਸ਼ਾਮ ਨੂੰ ਆਣ ਕੇ ਉਹ ਆਪਣੇ ਡਾਲਰ ਇੱਥੋਂ ਲੈ ਜਾਂਦਾ। ਉਹਦਾ 5-7 ਦਾ ਕਿਤੇ ਅੱਗਾ ਪਿੱਛਾ ਫਰਕ ਪੈ ਜਾਂਦਾ। ਯਾਨੀ ਕਿ ਜਿਹੜਾ ਅੱਜ 2-4-5 ਨਹੀਂ ਰੱਖ ਕੇ ਗਿਆ, ਕੱਲ੍ਹ ਉਹ ਰੱਖ ਜਾਂਦਾ। ਇਮਾਨਦਾਰੀ ਹੈ ਨਾ। ਹੁਣ ਵੇਖੋ ਕਮਾਲ ਦੀ ਗੱਲ, ਤੁਸੀਂ ਵੇਖੋ ਕਿੱਥੇ ਕੈਮਰੇ ਲਾਉਣੇ ਪੈ ਰਹੇ, ਅਤੇ ਅੱਜ ਬੰਦਾ ਸਮਾਨ ਵੇਚਣ ਵਾਲਾ ਉੱਥੇ ਹੈ ਹੀ ਨਹੀਂ ਹੈਗਾ। ਦੁਨੀਆ 'ਤੇ ਹੈਗੇ ਆ ਨਾ। ਅਤੇ ਕਦੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਵੀ ਇਹ ਚੀਜ਼ਾਂ ਸੀ। ਦੁਕਾਨਾਂ ਨੂੰ ਲੋਕ ਨਹੀਂ ਸੀ ਲਾਉਂਦੇ ਜਾਂਦੇ, ਆਂਦੇ ਇਮਾਨਦਾਰੀ ਲੋਕਾਂ 'ਚ ਆ ਗਈ। ਸੋ ਵੱਖਰੀ ਗੱਲ ਆ ਕਿ ਅਸੀਂ ਬਾਹਰੀ ਤੌਰ 'ਤੇ ਸਤਿਕਾਰ ਵਧਾਤਾ, ਅਤੇ ਇੱਥੇ ਗੋਲਕਾਂ ਨੂੰ ਐਡੇ ਮੋਟੇ ਜਿੰਦਰੇ ਲਾਉਣੇ ਪੈ ਰਹੇ। ਗੁਰਦੁਆਰੇ ਦੀਆਂ ਗੋਲਕਾਂ ਨੂੰ 2-2 ਜਿੰਦਰੇ ਲਾਉਣੇ ਪੈ ਰਹੇ। ਕੈਮਰੇ ਲਾਉਣ ਦੇ ਬਾਵਜੂਦ ਵੀ ਚੋਰੀ ਕਰਦੇ ਕਿੰਨੇ ਫੜੇ ਗਏ। ਕੈਮਰਿਆਂ 'ਚ ਦੁਕਾਨਾਂ 'ਤੇ, ਦੁਕਾਨ ਦੇ ਅੰਦਰ ਪ੍ਰਵੇਸ਼ ਕਰਨ ਤੋਂ ਲੈ ਕੇ ਕਾਊਂਟਰ ਤੱਕ ਕੱਲੇ ਏਰੀਏ 'ਚ ਕੈਮਰੇ ਲੱਗੇ ਹੋਏ ਆ, ਪਰ ਫਿਰ ਵੀ ਠੱਗੀਆਂ ਬੇਈਮਾਨੀਆਂ ਹੋ ਰਹੀਆਂ, ਫਿਰ ਵੀ ਚੋਰੀਆਂ। ਕਿੰਨੀਆਂ ਬੀਬੀਆਂ, ਕਿੰਨੇ ਬੰਦੇ ਪੜ੍ਹੇ ਲਿਖੇ ਬਾਹਰਲੀਆਂ ਕੰਟਰੀਆਂ 'ਚ ਵੀ ਸਟੋਰਾਂ 'ਚੋਂ ਚੋਰੀ ਕਰਦੇ ਫੜੇ ਗਏ। ਉਹ ਬੰਦੇ ਮੁੜ ਕੇ ਕਹਿੰਦੇ ਉਹ ਦੇਸ਼ ਨਹੀਂ ਚੰਗਾ ਜੀ, ਕਰਪਸ਼ਨ ਬੜੀ। ਹੱਦ ਹੋ ਗਈ, ਤੁਸੀਂ ਤਾਂ ਦੇਸ਼ ਬਦਲ ਚੁੱਕੇ ਜੇ, ਹੁਣ ਤੁਸੀਂ ਤਾਂ ਛੱਡ ਦਿਓ। ਤੁਸੀਂ ਤਾਂ ਦੇਸ਼ ਬਦਲ ਚੁੱਕੇ ਜੇ, ਤੁਸੀਂ ਤਾਂ ਹੁਣ ਕੰਟਰੀ ਬਦਲਤੀ ਹੈ। ਪਰ ਗੱਲ ਇਹ ਖੂਨ ਨਹੀਂ ਨਾ ਬਦਲਿਆ ਜੇ, ਆਦਤਾਂ ਨਹੀਂ ਨਾ ਬਦਲੀਆਂ। ਉਹ ਖੂਨ, ਉਹ ਅੰਦਰ ਦੇ ਜਿਹੜੇ ਜੀਨਸ ਵਾ, ਜਿਹੜੇ ਅੰਦਰ ਦੇ ਸੁਭਾਅ, ਜਿਹੜੇ ਅੰਦਰ ਕਰਮ ਬੈਠੇ ਹੋਏ ਨਾ, ਜਿਹੜਾ ਕੀੜਾ ਅੰਦਰ ਬੈਠਾ ਹੋਇਆ, ਉਹ ਚੋਰੀ ਕਰਨ ਲਈ ਮਜਬੂਰ ਕਰਦਾ, ਉਹ ਠੱਗੀਆਂ ਮਾਰਨ ਲਈ ਅੰਦਰੋਂ ਮਜਬੂਰ ਕਰਦਾ। ਉਹ ਕਿਸੇ ਵੀ ਕੰਟਰੀ ਚਲ ਜਾ ਭਾਵੇਂ ਤੋਂ। ਇਮਾਨਦਾਰ ਜਿਹੜੇ ਹੈਗੇ ਇੱਥੇ ਵੀ ਹੈਗੇ, ਇਮਾਨਦਾਰ ਜਿਹੜੇ ਹੈਗੇ ਉਹ ਪੰਜਾਬ 'ਚ ਵੀ ਹੈਗੇ, ਜਿਹੜੇ ਨਹੀਂ ਹੈਗੇ ਉਹ ਬਾਹਰ ਵੀ ਨਹੀਂ ਹੈਗੇ। ਜਿਹੜੇ ਇਮਾਨਦਾਰ ਉਹ ਬਾਹਰ ਵੀ ਹੈਗੇ। ਇਮਾਨਦਾਰੀ ਦਾ ਸੰਬੰਧ ਕਿਸੇ ਦੇਸ਼, ਸਮੇਂ, ਸਥਾਨ ਨਾਲ ਥੋੜ੍ਹਾ ਹੈ। ਉਹ ਤੁਹਾਡੀ ਸੋਚ ਨਾਲ ਹੈ, ਉਹ ਤੁਹਾਡੇ ਸੁਭਾਅ ਨਾਲ ਹੈ। ਹੁਣ ਜਦੋਂ ਆਖਣੇ ਔਖਾ ਸਾਚਾ ਨਾਉ ਕੀ ਸੀ, ਉਹਦਾ ਮਤਲਬ ਕੀ ਸੀ? ਵੀ ਵਿਹਾਰ 'ਚ ਬਾਣੀ ਲਿਆਉਣੀ ਔਖੀ ਹੈ, ਲੱਗਦੀ ਹੈ। ਮੂੰਹ ਨਾਲ ਤੇ 10 ਮਿੰਟ ਕੀ, ਭਾਵੇਂ ਘੰਟਿਆਂ ਬੱਧੀ ਬੰਦੇ ਕੋਲੋਂ ਰਾਮ ਕਰਾ ਲਓ। ਹੁਣ ਇੱਥੇ ਦਾ ਸ਼ਬਦ ਵਰਤਿਆ। ਹੁਣ ਤੀਜੀ ਮੌਤ ਕਿਹੜੀ ਸੀ? ਸ਼ਬਦ ਮਰੋ ਫਿਰ ਜੀਵੋ ਸਾਧੀ। ਗੁਰੂ ਦੇ ਸ਼ਬਦ ਦੁਆਰਾ ਬੁਰਾਈ ਵੱਲੋਂ ਮਰਨਾ ਹੈ, ਚੰਗਿਆਈ ਵਾਲੇ ਬੰਨੇ ਜਨਮ ਹੋਣਾ ਹੈ। ਇਹ ਮੌਤ ਗੁਰਮਤਿ ਵਿੱਚ ਪ੍ਰਵਾਨ ਹੈ। ਸ਼ਬਦ ਮਰੋ ਫਿਰ ਜੀਵੋ ਸਾਧੀ, ਤਾਂ ਫਿਰ ਮਰਨ ਨਾ ਹੋਈ। ਸ਼ਬਦ ਦੁਆਰਾ ਜਦੋਂ ਬੰਦਾ ਆਪਣੇ ਅੰਦਰੋਂ ਵਿਸ਼ੇ ਵਿਕਾਰਾਂ ਨੂੰ ਮਾਰਦਾ ਨਾ, ਫਿਰ ਇਹੋ ਜਿਹੇ ਬੰਦਾ ਸਰੀਰ ਭਾਵੇਂ ਉਹਦਾ ਮਰ ਜੇ, ਫਿਰ ਉਹਦੀ ਮੌਤ ਨਹੀਂ ਹੁੰਦੀ। ਕਿਉਂ? ਕਿਉਂਕਿ ਜਦੋਂ ਉਹਨੇ ਸੱਚ ਨਾਲ ਸੰਬੰਧ ਜੋੜ ਕੇ ਜ਼ਿੰਦਗੀ ਜੋਈ ਆ, ਨਾ ਸੱਚ ਮਰਦਾ, ਨਾ ਉਹ ਬੰਦਾ ਮਰਦਾ ਮੁੜ ਕੇ।
ਤੁਸੀਂ ਵੇਖ ਲਓ ਭਾਈ ਤਾਰੂ ਸਿੰਘ ਦੀ ਉਮਰ ਤੇ 25 ਸਾਲ ਹੀ ਹੈ, ਪਰ ਸੱਚ ਨਾਲ ਲਿੰਕ ਜੋੜਿਆ। ਤੇ ਜੇ ਸੱਚ ਜਿਉਂਦਾ ਤੇ ਭਾਈ ਤਾਰੂ ਸਿੰਘ ਵੀ ਜਿਉਂਦੇ। ਜੇ ਸੱਚ ਭਾਈ ਸ਼ਬੇਗ ਸਿੰਘ, ਸ਼ਾਹਬਾਜ਼ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਦੇ 4 ਸਾਲ ਦੇ ਸਾਹਿਬਜ਼ਾਦੇ, ਜੇ ਉਹ ਸੱਚ ਨਾਲ ਜੁੜੇ ਤੇ ਉਹ ਅੱਜ ਜੇ ਸੱਚ ਜਿਉਂਦਾ ਤੇ ਉਹ ਸਾਹਿਬਜ਼ਾਦੇ ਵੀ ਜਿਉਂਦੇ ਆ, ਸਾਡੇ ਵਿੱਚ ਨੇ ਹਰ ਵਕਤ। ਸਰੀਰ ਭਾਵੇਂ ਨਹੀਂ ਹੈਗਾ, ਪਰ ਉਹਨਾਂ ਦੇ ਕਰਮ, ਉਹਨਾਂ ਦਾ ਸਿਧਾਂਤ, ਉਹਨਾਂ ਦੀ ਦ੍ਰਿੜਤਾ, ਉਹਨਾਂ ਦਾ ਭਰੋਸਾ ਅੱਜ ਵੀ ਜਿਉਂਦਾ। ਹੁਣ ਇੱਥੇ ਗੱਲ ਕੀਤੀ ਹੈ ਕਰਕੇ ਉਹ ਕਰੇਨ। ਇਹ ਕੌਣ ਹੈ ਕਰਕੇ ਉਹ ਕਰੇਨ? ਦੁਨੀਆ ਕਾਰਨ ਦੀਨ ਗਵਾਇਆ ਜਨਾ। ਪਿਛਲੇ ਸਲੋਕ ਨਾਲ ਜੋੜ ਕੇ ਵੇਖੋ, ਇਹ ਲੜੀ ਹੈ ਨਾ। ਸਲੋਕ ਕਿੰਨੇ ਸੋਹਣੇ ਤਰੀਕੇ ਨਾਲ ਇੱਕ ਸਲੋਕ ਨਾਲ ਦੂਜਾ ਸਲੋਕ ਜੋੜ ਕੇ ਪੜ੍ਹ ਕੇ ਵੇਖੋ। ਸਾਲਕ ਮਿੱਤਰ ਰਹੋ ਕੋਈ, ਜਿਨ੍ਹਾਂ ਦੀ ਜ਼ਿੰਦਗੀ 'ਚ ਸਾਲਕ ਮਿੱਤਰ ਕੋਈ ਨਹੀਂ ਸੀ ਹੈਗਾ, ਜ਼ਿੰਦਗੀ ਦੀ ਅਗਵਾਈ ਕਰਨ ਵਾਲਾ ਮਿੱਤਰ ਨਹੀਂ ਸੀ ਹੈਗਾ, ਉਹ ਹੀ ਹੈ ਕਰਕੇ ਉਹ ਕਰੇ ਨਾ। ਜਿਨ੍ਹਾਂ ਦੀ ਜ਼ਿੰਦਗੀ 'ਚ ਗੁਰੂ ਆ ਗਿਆ ਨਾ, ਉਹ ਫਿਰ ਹੈ ਬੜਾ ਕਰਦੇ ਆ। ਉਹ ਤਾਂ ਫਿਰ ਅਗਾਂਹ ਕੋ ਤਰਾਂਗ, ਪਿੱਛਾਂ ਫੇਰਨਾ ਮੋਢੜਾ। ਉਹ ਤਾਂ ਨਾਨਕ ਭਗਤਾਂ ਸਦਾ ਵਿਕਾਸ। ਉਹ ਤਾਂ ਹਮੇਸ਼ਾ ਜ਼ਿੰਦਗੀ 'ਚ ਵਿਕਾਸ, ਖੇੜੇ ਜ਼ਿੰਦਗੀ ਜਿਉਂਦੇ ਆ ਜਿਨ੍ਹਾਂ ਦੀ ਜ਼ਿੰਦਗੀ 'ਚ ਸਾਲਕ ਮਿੱਤ ਹੁੰਦਾ। ਜਿਨ੍ਹਾਂ ਦੀ ਜ਼ਿੰਦਗੀ ਸਾਲਕ ਮਿੱਤ ਨਹੀਂ ਹੈਗਾ, ਉਹ ਹੈ ਕਰਕੇ ਉਹ ਕਰੇ ਨਾ। ਗੱਲਾਂ ਪਿੱਟਣ, ਫਿਰ ਉਹ ਗੱਲਾਂ ਪੁੱਟਦੇ ਆ, ਸਿਰ ਖੋਹਦੇ ਆ, ਮਾਰਦੇ ਆ, ਪਟਕਾਉਂਦੇ ਆ। ਕਦੋਂ ਭਲਾ ਜਦੋਂ ਬੰਦੇ ਦੀ ਜ਼ਿੰਦਗੀ 'ਚੋਂ ਧਰਮ ਅਲੋਪ ਹੋ ਗਿਆ। ਜਿਵੇਂ ਜਿੱਤ ਦਿਨ ਦੇ ਹੁਣ ਕਿਰਤ ਕਰਮ ਕੇ ਵਿਛੜੇ, ਕੀਤੇ ਹੋਏ ਕੰਮਾਂ ਕਰਕੇ ਬੰਦਾ ਸੱਚ ਨਾਲੋਂ ਵਿਛੜ ਗਿਆ। ਕਰ ਕਿਰਪਾ ਮੇਲੋ ਰਾਮ, 4 ਕੁੰਠ ਦੈ ਦਿਸ ਭ੍ਰਮ, ਥਕ ਆਏ ਪ੍ਰਭ ਕੀ ਸ਼ਾਮ। ਕਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ, ਵਿਆਪਣ ਸਭੇ ਰੋਗ, ਗੱਲਾਂ ਪਿੱਟਣ ਸਿਰ ਕੋਹੇ। ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਖਿਨਮੇ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ, ਵਿੱਚ ਨਾ ਕੋਈ ਕਰ ਸਕੇ ਕਿਸ ਥਿਰ ਹੋਵੇ ਰੋਜ਼। ਕਿੱਡੇ ਪਿਆਰੇ। ਜਿਤ ਦਿਨ ਦੇ ਬਿਨਸ ਸੀ, ਦੇ ਮੀਨਿੰਗ ਬੋਡੀ, ਸਰੀਰ, ਫਿਜ਼ੀਕਲ ਮੌਤ ਦੀ ਗੱਲ ਹੋ ਰਹੀ ਹੈ ਇੱਥੇ। ਦੇ ਮੀਨਿੰਗ ਜਦੋਂ ਅੰਦਰੋਂ ਜ਼ਮੀਰ ਮਰਦੀ ਆ, ਦੇ ਬਿਨਸਦੀ ਅੰਦਰੋਂ, ਜਦੋਂ ਸੱਚ ਨਾਲੋਂ ਲਿੰਕ ਟੁੱਟਦਾ ਵਾ, ਜਦੋਂ ਦੀਨ ਨੂੰ ਭੁੱਲਦਾ ਵਾ। ਜਿਸ ਦਿਨ ਦੇ ਬਿਨਸ ਸੀ ਤਿਤ ਵੇਲੇ ਕਈ ਸਨ ਪ੍ਰੇਤ। ਫਿਰ ਜਦੋਂ ਅੰਦਰੋਂ ਸੱਚ ਨਿਕਲਦਾ ਨਾ, ਫਿਰ ਜਿਉਂਦੇ ਨੂੰ ਲੋਕ ਭੂਤਾਂ ਤੇ ਪ੍ਰੇਤ ਹੈ। ਤੇ ਹੁਣ SDO, ਪੁਲਿਸ ਅਫਸਰ, SSP, ਵੱਡੇ ਵੱਡੇ ਅਹੁਦੇ, ਡਾਕਟਰ, ਕੋਈ ਵੀ ਹੈ, ਸੱਸ ਹੈ, ਸਹੁਰਾ ਵਾ, ਵੱਡੇ ਵੱਡੇ ਅਹੁਦਿਆਂ 'ਤੇ ਬੰਦੇ ਬੈਠੇ। ਜਦੋਂ ਬੰਦੇ ਦੀ ਜ਼ਿੰਦਗੀ ਸੱਚ ਅਲੋਪ ਹੁੰਦਾ, ਭੂਤ ਬਣ ਕੇ ਨਹੀਂ ਚਿੰਬੜਦਾ ਦੂਜਿਆਂ ਨੂੰ। ਦਿਨ ਰਾਤ ਸੁਪਨੇ 'ਚ ਨਹੀਂ ਉਹੀ ਆਉਂਦਾ। ਜਿਤ ਦਿਨ ਦੇ ਬਿਨਸ ਸੀ ਤਿਤ ਵੇਲੇ ਕਈ ਸਨ ਪ੍ਰੇਤ। ਬੰਦੇ ਦੀ ਜ਼ਿੰਦਗੀ 'ਚੋਂ ਸੱਚ ਬਿਨਸ ਜਾਏ, ਬੰਦੇ ਤੋਂ ਵੱਡਾ ਭੂਤ ਕਿਹੜਾ। ਕਲੀਅੰਦਰ ਨਾਨਕਾ, ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ, ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ। ਕਬੀਰ ਜਾ ਕਰ ਸਾਧ ਨਾ ਸੇਵੀਏ, ਹਰ ਕੀ ਸੇਵਾ ਨਾਹੀਂ, ਤੇਹ ਘਰ ਮਰਹਟ ਸਾਰ ਕੇ ਭੂਤ ਵਸਿਆ ਤੈਨੂੰ ਮਾਹੇ। ਜਿਸ ਘਰ ਵਿੱਚ ਸਾਧੂ ਗੁਰੂ ਦੀ ਸਿਫਤ ਸਲਾਹ ਨਹੀਂ ਕੀਤੀ ਜਾਂਦੀ, ਕਬੀਰ ਜਾ ਘਰ ਸਾਧ ਨਾ ਸੇਵੀਏ, ਹਰ ਕੀ ਸੇਵਾ ਨਾਹੀਂ। ਤੇਹ ਘਰ, ਉਸ ਘਰ ਵਿੱਚ ਕਬੀਰ ਜਾ ਘਰ ਸਾਧ ਨਾ ਸੇਵੀਏ, ਹਰ ਕੀ ਸੇਵਾ ਨਾ ਹੈ। ਹੁਣ ਸਾਧ ਕੀ ਹੈ? ਗੁਰੂ ਸ਼ਬਦ ਗਿਆਨ। ਜਿਸ ਘਰ ਵਿੱਚ ਸਾਧੂ ਗੁਰੂ ਦੇ ਸ਼ਬਦ ਭਾਵ ਗੁਰੂ ਗਿਆਨ ਦੀ ਚਰਚਾ ਨਹੀਂ ਹੁੰਦੀ, ਹਰ ਕੀ ਸੇਵਾ ਨਾ ਹੈ। ਜਿੱਥੇ ਸੱਚ ਨਾਲ ਨਾਤਾ ਨਹੀਂ ਜੁੜਦਾ, ਤੇਹ ਘਰ, ਉਹ ਘਰ ਮਰਹਟ ਸਾਰ ਕੇ, ਉਹ ਘਰ ਨਹੀਂ ਆ, ਉਹ ਮੜੀਆਂ ਵਾ, ਮਸਾਣ ਵਾ। ਤੇ ਭੂਤ ਵਸਿਆ ਤਨ ਮਾਏ, ਉੱਥੇ ਵਸਣ ਵਾਲੇ ਬੰਦੇ ਨਹੀਂ ਭੂਤ ਵਾ। ਹੁਣ ਦੱਸੋ, ਜਿਸ ਦਿਨ ਦੇ ਬਿਨਸ ਸੀ ਤਿਤ ਵੇਲੇ ਕਈ ਸਨ ਪ੍ਰੇਤ ਹੋ ਗਿਆ ਨਾ। ਗੱਲਾਂ ਪਿੱਟਣ ਸਿਰ ਕੋਹੇ ਨਾ। ਡਰ ਨਹੀਂ ਆਉਂਦਾ ਜਦੋਂ ਬੱਚੇ ਦੀ ਬੋਡੀ 'ਚੋਂ, ਬੱਚੇ ਦੀ ਸੁਰ 'ਚੋਂ ਧਰਮ ਨਿਕਲਦਾ। ਮਾਂ ਨੂੰ ਨਹੀਂ ਉਹ ਤੋਂ ਡਰ ਹੁੰਦਾ, ਗੁਆਂਢੀਆਂ ਘਰ ਜਾ ਕੇ ਜਾਨ ਨਹੀਂ ਬਚਾਉਂਦੀ ਉਹ। ਪਤਨੀ ਤੋਂ, ਪਤੀ ਨੂੰ ਡਰ ਨਹੀਂ ਆਉਂਦਾ, ਪਤੀ ਤੋਂ ਡਰ ਨਹੀਂ ਆਉਂਦਾ ਪਤਨੀ ਨੂੰ, ਜਦੋਂ ਅੰਦਰੋਂ ਧਰਮ ਨਿਕਲਦਾ। ਦੀਨ ਗਵਾਚਦਾ ਹੈ ਕਰਕੇ ਉਹ ਕਰੇਨ, ਗੱਲਾਂ ਪਿੱਟਣ ਸਿਰ ਖੁਹੇਨ, ਨਾਉ ਲੈਣ। ਪਰ ਮਹਾਰਾਜ ਨੇ ਅੱਗੇ ਕਹਿਤਾ, ਪਰ ਜਿਹੜੇ ਵਿਅਕਤੀ ਤੇਰਾ ਨਾਮ ਲੈਂਦੇ ਆ, ਭਾਵ ਜਿਹੜੇ ਦੀਨ ਨੂੰ ਗਵਾਉਂਦੇ ਨਹੀਂ ਆ, ਜਿਹੜੇ ਸਾਲਕ ਮਿੱਤਰ ਦੀ ਗੱਲ ਮੰਨਦੇ ਆ, ਸਾਲਕ ਮਿੱਤਰ ਲੱਭ ਕੇ ਗੁਰੂ ਦੇ ਨਾਲ ਸਾਂਝ ਪਾਉਂਦੇ ਆ, ਨਾਉ ਲੈਣ ਅਰ ਕਰਨ ਸਮਾਏ, ਉਹ ਸਦਾ ਸੱਚ ਵਿੱਚ ਸਮਾਏ ਰਹਿੰਦੇ ਆ, ਅਭੇਦ ਰਹਿੰਦੇ ਆ। ਨਾਨਕ ਤੈਨੂੰ ਬਲਿਹਾਰੇ ਜਾਏ। ਨਾਨਕ ਉਹਨਾਂ ਤੋਂ ਕੁਰਬਾਨ ਜਾਂਦਾ ਵਾ। ਕਿਹਨਾਂ ਤੋਂ? ਜਿਹੜੇ ਸੱਚ ਵਿੱਚ ਇੱਕਮਿਕ ਰਹਿੰਦੇ ਆ। ਹੁਣ ਗੱਲ ਦੋਵੇਂ ਆ ਗਈ ਨਾ ਇਹਨਾਂ ਸਲੋਕਾਂ 'ਚ। ਵੇਖੋ, ਤੁਸੀਂ ਦੋਵਾਂ ਨੂੰ ਜੋੜ ਕੇ ਵੇਖੋ। ਜਿਨ੍ਹਾਂ ਦੀ ਜ਼ਿੰਦਗੀ 'ਚ ਸਾਲਕ ਮਿੱਤ ਨਹੀਂ ਸੀ ਹੈਗਾ, ਭਾਈ ਬੰਦੀ ਹੇਤ ਚੁਕਾਇਆ, ਜਿਨ੍ਹਾਂ ਦੀ ਜ਼ਿੰਦਗੀ 'ਚੋਂ ਭਾਈ ਬੰਦੀਆਂ ਨੇ ਪਿਆਰ ਮੁਕਾਤਾ ਤੇ ਸਿਰਫ ਪਕੜ ਰਹਿ ਗਈ।
ਹੁਣ ਤੁਸੀਂ ਵੇਖੋ, ਜਿਨ੍ਹਾਂ ਬੱਚਿਆਂ ਦਾ ਪਿਓ ਤਾਏ ਚਾਚੇ ਨੇ ਮਾਰਤਾ, ਉਹਨਾਂ ਨੂੰ ਤੇ ਉਹ ਭੂਤ ਨਹੀਂ ਦਿਸਦਾ। ਉਹ ਕਿੱਥੇ ਤਾਏ ਚਾਚੇ ਵੱਲ ਵੇਖ ਕੇ ਬੱਚਿਆਂ ਨੂੰ ਚਾਅ ਚੜ੍ਹਦਾ ਵੀ ਸਾਡਾ ਤਾਇਆ ਆ ਗਿਆ, ਸਾਡਾ ਚਾਚਾ ਆ ਗਿਆ। ਉਹਨਾਂ ਨੂੰ ਜੰਮ ਨਹੀਂ ਦਿਸਦਾ। ਉਹ ਆਂਦੇ ਜੰਮ ਲੈਣ ਆਉਂਦਾ, ਆਪਣੇ ਕਹਿੰਦੇ ਜੰਮ ਲੈਣ ਆਉਂਦਾ ਬੰਦਿਆਂ ਨੂੰ। ਸਾਡੇ ਸਮਾਜ 'ਚ ਇਹੋ ਕਥਾ ਕਹਾਣੀਆਂ ਚੱਲਦੀਆਂ, ਬੰਦਿਆਂ ਨੂੰ ਜੰਮ ਲੈਣ ਆਉਂਦਾ ਜੀ। ਹੁਣ ਜਿਹੜੇ ਬੱਚਿਆਂ ਦੇ ਸਾਹਮਣੇ ਤਾਏ ਨੇ ਚਾਚੇ ਦਾ ਕਤਲ ਕੀਤਾ ਹੈ ਤੇ ਬੱਚੇ ਵੇਖ ਰਹੇ ਆ, ਉਹਨਾਂ ਨੂੰ ਪੁੱਛ ਕੇ ਵੇਖੋ ਤਾਇਆ ਤੁਹਾਨੂੰ ਕੀ ਦਿਸਦਾ ਭਲਾ। ਉਹ ਕਹਿੰਦੇ ਤੁਸੀਂ ਆਂਦੇ ਜੰਮ ਹੁੰਦੇ ਨੇ, ਅਸੀਂ ਜੰਮ ਵੇਖਿਆ। ਅਸੀਂ ਤਾਂ ਜੰਮ ਦੇ ਹੱਥ ਵਿੱਚ ਟਕੂਆ ਫੜਿਆ ਵੇਖਿਆ, ਨੰਗੀ ਤਲਵਾਰ ਫੜੀ ਵੇਖੀ ਆ, ਗਨ ਫੜੀ ਵੇਖੀ ਹੈ। ਅਸੀਂ ਜੰਮ ਨੂੰ ਵੇਖਿਆ। ਜਿੱਥੇ ਪੋਤਰਿਆਂ ਨੇ ਦਾਦੇ ਨੂੰ ਪਿਓ ਦਾ ਕਤਲ ਕਰਦੇ ਵੇਖਿਆ। ਉਹ ਕਹਿੰਦੇ ਲੋਕ ਆਂਦੇ ਜੰਮ ਨਹੀਂ, ਤੇ ਅਸੀਂ ਜੰਮ ਵੇਖਿਆ, ਦਾਦੇ ਦੇ ਰੂਪ 'ਚ ਵੇਖਿਆ, ਦਾਦੇ ਦੇ ਰੂਪ 'ਚ ਵੇਖਿਆ। ਜਦੋਂ ਸੱਚ ਵਿੱਚੋਂ ਜ਼ਿੰਦਗੀ, ਜਦੋਂ ਸੱਚ ਜ਼ਿੰਦਗੀ 'ਚੋਂ ਅਲੋਪ ਹੁੰਦਾ, ਨਿਕਲ ਜਾਂਦਾ ਹੈ, ਉਦੋਂ ਫਿਰ ਆਹ ਜੀਵਨ ਸ਼ੈਲੀ ਬਣਦੀ ਹੈ ਕਰਕੇ ਉਹ ਇਹ ਕਰੇ। ਹੁਣ ਇੱਕ ਇੱਕ ਸਲੋਕ ਸਾਧ ਸੰਗਤ ਜੀ, ਇਹ ਦੋ ਦੋ ਤੁਕਾਂ ਦੇ ਸਲੋਕ ਆ, ਦੋ ਦੋ ਤੁਕਾਂ ਦੇ, ਪਰ ਇਹਨਾਂ ਦੇ ਅੰਤਰੀ ਭਾਵ ਕਿਹੜੇ ਕਮਾਲ ਦੇ ਆ। ਹੈ ਕਰਕੇ ਉਹ ਇਹ ਕਰੇ, ਗੱਲਾਂ ਪਿੱਟਣ ਸਿਰ ਕੋਹੇਨ। ਜਦੋਂ ਬੰਦੇ ਦੀ ਜ਼ਿੰਦਗੀ 'ਚੋਂ ਸੱਚ ਅਲੋਪ ਹੁੰਦਾ, ਕਿੱਦਾਂ ਗੱਲਾਂ ਪਿੱਟਦਾ, ਕਿੱਦਾਂ ਸਿਰ ਖੋਹਦਾ, ਕਿੱਦਾਂ ਸਿਰ ਮਾਰਦਾ। ਜਿਤ ਦਿਨ ਦੇ ਬਿਨਸੀ ਤਿਤ ਵੇਲੇ ਕੈਸਨ ਪ੍ਰੇਤ ਪਕੜ ਚ ਲਾਇਨ ਦੂਤ ਜਮ। ਕਿਹੜੇ ਦੂਤ? ਪੰਜ ਵਿਕਾਰ। ਪੰਜ ਵਿਕਾਰ ਦੂਤ ਫੜ ਕੇ ਨਹੀਂ ਲੈ ਕੇ ਜਾਂਦੇ। ਕਿਸੇ ਨੂੰ, ਕਿਸੇ ਦੇ ਗਲ 'ਚ ਕਾਮ ਨੇ ਰੱਸੀ ਪਾਈ ਹੈ, ਕਿਸੇ ਦੇ ਗਲ 'ਚ ਲਾਲਚ ਨੇ ਰੱਸੀ ਪਾਈ ਹੈ, ਕਿਸੇ ਦੇ ਗਲ 'ਚ ਕ੍ਰੋਧ ਨੇ ਰੱਸੀ ਪਾਈ ਹੈ। ਕਿਸੇ ਦਾ ਦੇ ਨਹੀਂ ਭੇਤ। ਉਹ ਭੇਤ ਥੋੜ੍ਹਾ ਦਿੰਦੇ ਵੀ ਕਿੱਥੇ ਕਿੱਥੇ ਖਜਲ ਕਰਨਾ ਸੀ ਇਹਨੂੰ। ਛੱਡ ਖਲੋਤੇ ਖੇਨੇ ਮਾਹੇ ਜਿਨ ਸਿਉਂ ਲੱਗਾ ਹੈ ਹੱਥ ਮਰੋੜੇ। ਹੁਣ ਸਰੀਰ ਦੀ ਮੌਤ ਵਕਤ ਹਰ ਬੰਦੇ ਨੂੰ ਹੱਥ ਮਰੋੜਨ ਦਾ ਮੌਕਾ ਮਿਲਦਾ ਭਲਾ ਕਿਤੇ? ਬੜੀਆਂ ਮੌਤਾਂ ਐਸੀਆਂ ਹੁੰਦੀਆਂ ਜਿੱਥੇ ਹੱਥ ਮਰੋੜਨ ਦਾ ਮੌਕਾ ਮਿਲਦਾ ਹੀ ਨਹੀਂ। ਪਰ ਇੱਥੇ ਕਿਹਾ ਹੱਥ ਮਰੋੜੇ ਤਨ ਕੰਪੈ, ਤਨ ਕੰਪੈ, ਤਨ ਕੰਬਦਾ ਤੇ ਹੱਥ ਮਰੋੜਦਾ। ਛਾਂ ਹੋਆ ਸੇਤ, ਰੰਗ ਵੀ ਚੇਂਜ ਹੋ ਜਾਂਦਾ, ਰੰਗ ਚਿੱਟਾ ਪੈ ਜਾਂਦਾ। ਪਰ ਪਿਆਰਿਓ, ਹੱਥ ਕਦੋਂ ਮਲਦਾ? ਜਦੋਂ ਬੰਦੇ ਦੀ ਜ਼ਿੰਦਗੀ 'ਚੋਂ ਸੱਚ ਨਿਕਲ ਜਾਂਦਾ, ਦੀਨ ਨਿਕਲ ਜਾਂਦਾ, ਦੀਨ ਦਾ ਭੌਰਾ ਉੱਡ ਜਾਂਦਾ। ਉਦੋਂ ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਪੌਰਸ ਦਾ ਵੱਡਾ ਹੋਆ ਦੁਨੀਦਰ ਗਲ ਸੰਗਲ ਘੱਤ ਚਲਾਇਆ। ਉਦੋਂ ਇਹ ਜੀਵਨ ਸ਼ੈਲੀ ਐਸੀ ਬਣਦੀ ਹੈ। ਤਾਂ ਗੁਰੂ ਸਾਹਿਬ ਨੂੰ ਕਹਿਣਾ ਪਿਆ ਸੀ, ਮਨ ਅੰਧੇ ਜਨਮ ਗਵਾਇਆ। ਮਨ ਅੰਧਾ ਇੱਦਾਂ ਜਨਮ ਗਵਾਉਂਦਾ ਆਪਣਾ। ਉਦੋਂ ਮਨੁੱਖ ਆਪਣੀ ਜ਼ਿੰਦਗੀ 'ਚ ਫਿਰ ਝੁਰਦਾ ਵਾ। ਹੁਣ ਦੇ ਹੱਥ ਕਦੋਂ ਮਰਦਾ? ਜਦੋਂ ਗਲਤ ਕੰਮ ਕਰਦਾ ਫੜਿਆ ਜਾਂਦਾ, ਚੋਰੀਆਂ ਕਰਦਾ ਫੜਿਆ। ਹੁਣ ਬੰਦੇ ਦੀ 70-80 ਹਜ਼ਾਰ ਲੱਖ ਰੁਪਈਆ ਸੈਲਰੀ ਹੋਵੇ, 5000 ਰਿਸ਼ਵਤ ਲੈਂਦਾ ਫੜਿਆ ਜਾਏ, ਸਿਰ ਨਹੀਂ ਮਾਰੂਗਾ? ਉੱਧਰੋਂ ਤਿਉਹਾਰ ਆ, ਕੋਈ ਫੰਕਸ਼ਨ ਹੋਵੇ ਘਰ 'ਚ ਰੱਖਿਆ ਅਤੇ ਹਫ਼ਤਾ 15 ਦਿਨ ਪਹਿਲਾਂ ਅਰੈਸਟ ਹੋ ਜਾਏ, ਅਗਲੇ ਕੇਸ ਪਾ ਦੇਣ, ਹੱਥ ਨਹੀਂ ਮਾਰਦਾ, ਸਿਰ ਨਹੀਂ ਮਾਰਦਾ। ਉਹ ਕਿੱਡੇ ਸੋਹਣੇ ਰਿਸ਼ਤੇਦਾਰਾਂ ਦੇ ਵਿੱਚ ਮੇਰਾ ਸੰਬੰਧ ਜੁੜਿਆ ਸੀ, ਕਿੰਨੇ ਵਧੀਆ ਪਰਿਵਾਰ 'ਚ ਮੇਰਾ ਧੀ ਪੁੱਤ ਮੰਗਿਆ ਵਿਆਹਿਆ ਸੀ। ਅਗਲੇ ਕਹਿਣਗੇ ਰਿਸ਼ਵਤਖੋਰ ਬੰਦਾ ਹੈ, ਠੱਗੀਆਂ ਮਾਰਦਾ ਬੰਦਾ। ਹੱਥ ਮਰੋੜੇ ਤਨ ਕੰਪੈ, ਸਿਉਂ ਹੋਆ ਸੇਤ। ਹੈ ਕਰਕੇ ਉਹ ਇਹ ਕਰੇ, ਗੱਲਾਂ ਪਿੱਟਣ ਸਿਰ ਕੋਹੇਨ। ਨਾਉ ਲੈਣ ਅਰ ਕਰਨ ਸਮਾਏ। ਕਿਹੜੇ ਨਾਮ ਕੌਣ ਲੈਂਦੇ ਆ? ਜਿਨ੍ਹਾਂ ਦੇ ਕੋਲ ਦੀਨ ਹੈਗਾ, ਜਿਨ੍ਹਾਂ ਕੋਲ ਧਰਮ ਹੈਗਾ, ਜਿਨ੍ਹਾਂ ਦੇ ਕੋਲ ਸਾਲਕ ਮਿੱਤ ਹੈਗਾ। ਅਰ ਕਰਨ ਸਮਾਏ ਨਾਨਕ ਤੈਨੂੰ ਬਲਿਹਾਰੇ ਜਾਏ। ਨਾਨਕ ਐਸੇ ਗੁਰਮੁਖ ਪਿਆਰਿਆਂ ਤੋਂ ਬਲਿਹਾਰ ਜਾਂਦਾ, ਕੁਰਬਾਨ ਜਾਂਦਾ। ਹੁਣ ਸਾਧ ਸੰਗਤ ਜੀ, ਇਹ ਉਹ ਸਲੋਕ ਆ ਜਿਹੜੇ ਸਾਡੇ ਘਰਾਂ ਵਿੱਚ ਪਾਠੀ ਸਿੰਘ, ਗ੍ਰੰਥੀ ਸਿੰਘ ਪੜ੍ਹਦੇ ਆ, ਪਰ ਪਰਿਵਾਰਾਂ ਕੋਲ ਟਾਈਮ ਹੈ ਨਹੀਂ, ਵਕਤ ਹੈ ਨਹੀਂ। ਅਸੀਂ ਇਹਨਾਂ ਸਲੋਕਾਂ ਨੂੰ ਲੈ ਤਾਂ ਸ਼ਾਇਦ ਮਰਨ ਤੋਂ ਬਾਅਦ ਜਿਹੜੇ ਲੋਕਾਂ ਦੇ ਘਰੋਂ ਜੀ ਚਲਾ ਜਾਂਦਾ ਹੈ, ਸਿਰ ਖੋਂਦੇ ਆ। ਪਰ ਨਹੀਂ, ਗੱਲ ਪਿਆਰਿਓ, ਬਾਣੀ ਦਾ ਇੱਕ ਇੱਕ ਸ਼ਬਦ, ਇੱਕ ਇੱਕ ਸਲੋਕ, ਇੱਕ ਇੱਕ ਪੌੜੀ ਸਾਡੇ ਜੀਵਨ ਦੀ ਵਿਆਖਿਆ ਕਰਦੀ ਹੈ, ਸਾਡੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਂਦੀ ਆ, ਜ਼ਿੰਦਗੀ ਵਧੀਆ ਬਣਾਉਂਦੀ ਆ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿੱਦਾਂ ਸੁਚੱਜੇ ਬਣ ਕੇ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣਾ ਹੈ। ਤਾਂ ਇਹ ਆਪਣੀ ਜ਼ਿੰਦਗੀ ਵਿੱਚ ਇਹ ਗੁਣ ਲੈ ਕੇ ਆਈਏ, ਇਹ ਖੂਬਸੂਰਤੀ, ਇਹ ਬਿਊਟੀ। ਧਰਮ ਜਿਹੜਾ ਪਹਿਲੇ ਸਲੋਕ ਵਿੱਚ 5 ਨੰਬਰ ਸਲੋਕ 'ਚ ਗੁਰੂ ਨਾਨਕ ਸਾਹਿਬ ਨੇ ਜਿਹੜੀ ਗੱਲ ਕਹੀ ਆ ਨਾ, ਕਿ ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿੱਤ ਨ ਰਹਿਓ ਕੋਈ। ਇਹ ਦੁਨੀਆ ਕਿਹੜੇ ਨਿਵਾਣ ਵੱਲ ਨੂੰ ਤੁਰ ਪਈ ਅੱਜ। ਹਮੇਸ਼ਾ ਹੀ ਉਹ ਬੰਦਾ ਚਿੰਤਾ ਕਰਦਾ ਜਿਹੜੇ ਬੰਦੇ ਨੂੰ ਮਾੜੀ ਮੋਟ ਇਸ ਗੱਲ ਦੀ ਸੋਝੀ ਆ ਕਿ ਦੁਨੀਆ ਗਲਤ ਰਸਤੇ ਪੈ ਗਈ ਆ। ਨਹੀਂ ਤਾਂ ਜਿਨ੍ਹਾਂ ਪਰਿਵਾਰਾਂ 'ਚ ਖੁਦ ਵੱਡੇ ਵਡੇਰੇ ਗਲਤ ਰਸਤੇ ਪਏ ਆ, ਉਹਨਾਂ ਨੂੰ ਤਾਂ ਲੱਗਦਾ ਹੀ ਨਹੀਂ। ਮਾਫ਼ ਕਰਨਾ, ਜਿਨ੍ਹਾਂ ਪਰਿਵਾਰਾਂ 'ਚ ਮਾੜੀ ਮੋਟ ਕੋਈ ਸਮਝ ਰੱਖਣ ਵਾਲਾ ਜਿਹੜਾ ਜਾਗਿਆ ਹੋਇਆ, ਉਹਨੂੰ ਚਿੰਤਾ ਹੈ ਕਿ ਆ ਪੁੱਤਰ ਧੀਆਂ ਕਿਹੜੇ ਬੰਨੇ ਤੁਰ ਪਏ ਆ। ਜਿਹੜਾ ਆਪ ਹੀ ਉਸ ਰਸਤੇ ਪਿਆ, ਉਹਨੂੰ ਥੋੜ੍ਹਾ ਇਸ ਗੱਲ ਨਾਲ ਕੋਈ ਮਤਲਬ ਹੈ।
ਹੁਣ ਨਸ਼ਿਆਂ 'ਚ ਗਰਕਿਆ ਹੋਇਆ ਬੰਦਾ, ਬੁਰੇ ਕੰਮਾਂ 'ਚ ਪਿਆ ਹੋਇਆ ਬੰਦਾ, ਉਹ ਕਦੀ ਆਪਣੇ ਬੱਚਿਆਂ ਕੋਲ ਚੰਗੀ ਗੱਲ ਕਰੇਗਾ? ਅਗਲੇ ਨੂੰ ਪਤਾ ਵੀ ਨਾਲ ਹੀ ਅਗਲਿਆਂ ਕੁਐਸਚਨ ਮਾਰਕ ਮੇਰੇ 'ਤੇ ਲਾ ਦੇਣਾ ਹੈ। ਇਹ ਤਾਂ ਗੁਰੂ ਸਾਹਿਬ ਕਹਿੰਦੇ ਆਓ ਭਾਈ ਇਸ ਭਵ ਸਾਗਰ ਤੋਂ ਪਾਰ ਹੋਣ ਦਾ ਯਤਨ ਕਰੀਏ। ਗੁਰੂ ਸਾਹਿਬ ਸਾਨੂੰ ਇਹਨਾਂ ਵਿਸ਼ਿਆਂ ਵਕਾਰਾਂ 'ਚੋਂ ਬਾਹਰ ਕੱਢਦੇ ਆ। ਫੂਟੋ ਆਂਡਾ ਭਰਮ ਕਾ ਮਨੇ ਭਇਓ ਪ੍ਰਕਾਸ਼। ਗੁਰੂ ਨੇ ਇਹ ਭਰਮ ਦਾ ਆਂਡਾ ਭੰਨ ਦਿੱਤਾ, ਮਨ 'ਚ ਚਾਨਣ ਕਰਤਾ। ਕਾਟੀ ਬੇਰੀ ਪਗਾਂ 'ਤੇ ਜਿਹੜੀ ਪੈਰਾਂ ਨੂੰ ਵਕਾਰਾਂ ਦੀਆਂ ਰੱਸੀਆਂ ਨਹੀਂ ਸੀ ਵੱਜੀਆਂ, ਗੁਰ ਕੀਨੀ ਬੰਧ ਖਲਾਸ। ਆਵਣ ਜਾਣ ਰਹੇ ਹੋ, ਜਿਹੜਾ ਆਉਣਾ ਜਾਣਾ ਸੀ ਨਾ ਮਨ ਦਾ ਆਉਣਾ ਜਾਣਾ, ਸਮਝਦੇ ਹੋ? ਮਨ ਦਾ ਆਉਣਾ ਜਾਣਾ, ਤਨ ਦਾ ਨਹੀਂ ਹੋ ਰਿਹਾ, ਮਨ ਦਾ ਆਉਣਾ ਜਾਣਾ ਹੈ। ਕਿਸੇ ਦੀ ਗੱਡੀ ਵੇਖ ਕੇ ਮਰ ਜਾਂਦਾ, ਕਿਸੇ ਦਾ ਘਰ ਵੇਖ ਕੇ ਮਰ ਜਾਂਦਾ, ਇਹ ਮਨ ਦਾ ਆਉਣਾ ਜਾਣਾ ਹੈ। ਆਵਣ ਜਾਣ ਰਹੇ ਹੋ, ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦਿਓ। ਜਿਹੜਾ ਅੰਦਰ ਕੜਾਹ ਤਪਦਾ ਸੀ ਨਾ, ਅੰਦਰ ਤਪਤ ਕੜਾਹਾ ਬੁਝ ਗਿਆ। ਉਹ ਕਿਹੜਾ ਕੜਾਹ ਤਪਦਾ ਸੀ? ਉਹ ਕੜਾਹ ਤਾਂ ਹੀ ਤਪਦਾ ਸੀ ਕਿ ਧਰਮ ਹੈ ਨਹੀਂ ਸੀ ਕੋਲ। ਜਦੋਂ ਧਰਮ ਕੋਲ ਨਾ ਹੋਵੇ ਫਿਰ ਬੰਦਾ ਤਪਦਾ ਵਾ, ਕਲਪਦਾ ਵਾ, ਵਿਲਕਦਾ ਵਾ। ਬਾਣੀ ਇਸੇ ਨੂੰ ਤਾਂ ਠੰਡਾ ਕਰਦੀ ਆ ਕਿ ਭਾਈ ਆਪਣੇ ਅੰਦਰ ਠੰਡ ਰੱਖ। ਇਸੇ ਗੱਲ ਨੂੰ ਵੇਖ ਕੇ ਗੁਰੂ ਨਾਨਕ ਸਾਹਿਬ ਜੀ ਨੇ ਗੱਲ ਕਹੀ ਸੀ ਨਾ ਕਿ ਹਰ ਬਿਨ ਜਿਉਂ ਜਲ ਬਲ ਜਾਉ, ਹਰੀ ਤੋਂ ਬਿਨਾਂ ਇਹ ਜਿੰਦ ਸੜ ਬਲ ਜਾਂਦੀ ਹੈ। ਕਿੱਥੋਂ ਪਤਾ ਲੱਗਾ? ਮੈਂ ਆਪਣਾ ਗੁਰਪੁਰਸ਼ ਦੇਖਿਆ, ਅਵਰ ਨਾ ਹੀ ਥਾਂ। ਮੈਂ ਆਪਣੇ ਗੁਰੂ ਨੂੰ ਇਹ ਗੱਲ ਪੁੱਛ ਕੇ ਵੇਖੀ ਆ। ਹੋਰ ਕੋਈ ਜਗ੍ਹਾ ਹੀ ਹੈ ਨਹੀਂ ਆ ਜਿੱਥੇ ਬੈਠ ਕੇ ਬੰਦਾ ਆਪਣੇ ਅੰਦਰ ਨੂੰ ਠੰਡਾ ਕਰ ਸਕੇ, ਜਿੱਥੇ ਬ੍ਰੇਨ ਠੰਡਾ ਰਹਿ ਸਕੇ, ਜਿੱਥੇ ਅੰਦਰ ਦੀ ਤਪਸ਼ ਘਟ ਸਕੇ। ਸਾਰੀ ਕਹਾਣੀ ਉਸ ਸਮਾਜ ਦੀ ਹੈ ਜਿੱਥੇ ਧਰਮ ਖੰਭ ਲਾ ਕੇ ਉੱਠ ਜਾਂਦਾ। ਤੋ ਇਹ ਸਾਨੂੰ ਜਵਾਬ ਦਿੱਤਾ ਸਤਿਗੁਰ ਨੇ ਕਿ ਭਾਈ ਆਓ, ਇਹ ਨਾ ਕਹੋ ਧਰਮ ਜ਼ਰੂਰੀ ਨਹੀਂ ਹੈ, ਇਹ ਕਹੋ ਧਰਮ ਤੋਂ ਬਿਨਾਂ ਜ਼ਿੰਦਗੀ ਹੈ ਹੀ ਨਹੀਂ। ਜਿਹੜਾ ਬੰਦਾ ਕੁਐਸਚਨ, ਆਪਾਂ ਕੱਲ੍ਹ ਵੀ ਗੱਲ ਕੀਤੀ ਸੀ, ਜਿਹੜਾ ਬੰਦਾ ਇਹ ਕੁਐਸਚਨ ਕਰਦਾ, ਸਵਾਲ ਕਰਦਾ ਧਰਮ ਜ਼ਰੂਰੀ ਹੈ, ਉਹ ਇੱਦਾਂ ਕਹਿ ਰਿਹਾ ਕਿ ਖੁਰਾਕ ਖਾਣੀ ਜ਼ਰੂਰੀ ਹੈ। ਕੋਈ ਬੰਦਾ ਸਵਾਲ ਕਰੇਗਾ ਵੀ ਸਰੀਰ ਨੂੰ ਖੁਰਾਕ ਦੇਣੀ ਜ਼ਰੂਰੀ ਹੈ, ਭਲਿਆ ਜੇ ਸਰੀਰ ਨੂੰ ਖੁਰਾਕ ਨਹੀਂ ਦੇਵੇਂਗਾ ਤਾਂ ਸਰੀਰ ਡੈੱਡ ਹੈ। ਸਰੀਰ ਚੱਲਣਾ ਹੀ ਖੁਰਾਕ ਨਾਲ ਹੈ। ਕੋਈ ਬੰਦਾ ਗੱਡੀ ਦੇ ਕੋਲ ਜਾ ਕੇ ਗੱਡੀ ਨੂੰ ਪੈਟਰੋਲ ਜ਼ਰੂਰੀ ਹੈ, ਪੈਟਰੋਲ ਨਾਲ ਤਾਂ ਗੱਡੀ ਚੱਲਣੀ ਹੈ, ਡੀਜ਼ਲ ਨਾਲ ਹੀ ਤਾਂ ਗੱਡੀ ਚੱਲਣੀ ਹੈ। ਹੁਣ ਤੁਸੀਂ ਵੇਖੋ, ਜੇ ਗੱਡੀ ਵਿੱਚ ਪੈਟਰੋਲ ਡੀਜ਼ਲ ਹੈ ਨਹੀਂ ਤਾਂ ਗੱਡੀ ਤੁਰੇਗੀ ਕਾਹਦੇ ਨਾਲ? ਤੇ ਧਰਮੀ ਤੇ ਇਹਦਾ ਪੈਟਰੋਲ ਹੈ, ਇਹਦਾ ਡੀਜ਼ਲ ਹੈ। ਧਰਮ ਕੀ ਹੈ? ਸੱਚ, ਇਨਸਾਨੀਅਤ, ਭਲਾਈ। ਜੇ ਬੰਦੇ ਕੋਲ ਭਲਾਈ ਹੈ ਨਹੀਂ ਫਿਰ ਤਾਂ ਪਸ਼ੂ ਇਹਦੇ ਨਾਲੋਂ ਚੰਗਾ। ਫਿਰ ਤਾਂ ਬਾਣੀ ਕਹਿੰਦੀ ਪਸ਼ੂ ਮਿਲਿਆ ਚੰਗਿਆਈਆਂ, ਖੜ ਖਾਵੇਂ ਅੰਮ੍ਰਿਤ ਦੇ। ਫਿਰ ਤਾਂ ਭਾਈ ਗੁਰਦਾਸ ਜੀ ਨੇ ਵੀ ਇਹ ਸ਼ਬਦ ਵਰਤਿਆ, ਪਸ਼ੂਆ ਮਨੁੱਖ ਦੇ ਅੰਤਰ ਅੰਤਰੇ ਹੈ। ਪਸ਼ੂ ਤੇ ਮਨੁੱਖ ਦੀ ਬੋਡੀ 'ਚ ਇਹੋ ਹੀ ਤੇ ਅੰਤਰ ਹੈ। ਪਸ਼ੂਆ ਮਨੁੱਖ ਦੇ ਅੰਤਰ ਅੰਤਰੇ ਹੈ, ਸ਼ਬਦ ਸੁਰਤ ਕੋ ਵਿਵੇਕ ਅਵਿਵੇਕ ਹੈ। ਪਸ਼ੂ ਤੇ ਮਨੁੱਖ ਦੀ ਬੋਡੀ 'ਚ ਕੀ ਫਰਕ ਹੈ? ਸ਼ਬਦ ਸੁਰਤ ਕੋ ਵਿਵੇਕ ਅਵਿਵੇਕ ਹੈ। ਬੰਦੇ ਕੋਲ ਸ਼ਬਦਾਂ ਦਾ ਭੰਡਾਰ ਹੈ, ਪਸ਼ੂ ਦੇ ਕੋਲ ਸ਼ਬਦਾਂ ਦਾ ਭੰਡਾਰ ਨਹੀਂ ਹੈ। ਵਿਵੇਕ ਪਸ਼ੂ ਕੋਲ, ਬੰਦੇ ਕੋਲ ਸਮਝ ਹੈ। ਬੰਦੇ ਨੂੰ ਪਹਿਲਾਂ ਪਤਾ ਆਹ ਚੀਜ਼ ਨਹੀਂ ਖਾਣੀ, ਪਸ਼ੂ ਦੇ ਗਾੜੀ ਰੱਖੋਗੇ ਫਿਰ ਪਤਾ ਲੱਗਣਾ। ਪਸ਼ ਹਰਿਆਇਓ ਕਹਿਓ, ਸੁਣਿਓ ਅਨਸੁਣਿਓ ਕਰੇ। ਕਿਤੇ ਪਸ਼ੂ ਚਾਰਦਾ ਹੋਵੇ ਬੰਦਾ, ਉਹਨੂੰ ਤੁਸੀਂ ਹਰੇ ਖੇਤ ਤੋਂ ਰੋਕੋ, ਦੱਸੋ ਵੀ ਇਹ ਤੇਰਾ ਨਹੀਂ ਹੈਗਾ, ਡੰਡਾ ਲੈ ਕੇ ਭਜਾਓ ਉਹਨੂੰ। ਉਹ ਡੰਡਾ ਮੂੰਹ 'ਤੇ ਖਾ ਕੇ ਤੁਸੀਂ ਪਰਾਂ ਜਾ ਕੇ ਬਹਿ ਜਾਓ, ਪਰ ਪਸ਼ੂ ਫੇਰ ਜਾ ਕੇ ਪਰਾ ਉਹ ਖੇਤ 'ਚ ਮੂੰਹ ਮਾਰਦਾ। ਕਿਉਂਕਿ ਪਸ਼ ਹਰਿਆਇਓ ਕਹਿਓ, ਸੁਣਿਓ ਅਨਸੁਣਿਓ ਕਰੇ। ਮਾਨਸ ਜਨਮ ਉਪਦੇਸ਼ ਹਿਰਦੇ ਟੇਕ ਹੈ। ਪਰ ਮਨੁੱਖ ਅਤੇ ਪਸ਼ੂ 'ਚ ਆਹ ਫਰਕ ਹੈ ਕਿ ਮਨੁੱਖ ਨੂੰ ਇੱਕ ਵਾਰ ਕਹਿ ਦਿਓ ਆਹ ਖੇਤ ਤੇਰਾ ਨਹੀਂ ਆ, ਆਹ ਕੰਮ ਨਾ ਕਰੀ, ਮਨੁੱਖ ਸਮਝ ਜਾਂਦਾ, ਕਹਿੰਦਾ ਨਹੀਂ ਜਾਣਾ। ਪਰ ਪਸ਼ੂ ਨੂੰ ਡੰਡੇ ਨਾਲ ਸਮਝਾਉਣਾ ਪੈਂਦਾ। ਪਸ਼ੂ ਆ ਸ਼ਬਦਹੀਨ, ਪਸ਼ੂ ਕੋਲ ਸ਼ਬਦ ਹੈ ਨਹੀਂ। ਹੁਣ ਬੰਦਾ ਪਸ਼ੂ ਬਿਮਾਰ ਹੋਵੇ, ਕਦੀ ਮੂੰਹ ਬੋਲ ਕੇ ਦੱਸਦਾ ਅੱਜ ਮੈਨੂੰ ਆਹ ਚੀਜ਼ ਖਾਣ ਨੂੰ ਦਿਲ ਕਰਦਾ। ਬਿਮਾਰ ਬੰਦਾ ਤੇ ਮੂੰਹ ਬੋਲ ਕੇ ਦੱਸਦਾ ਅੱਜ ਦਲੀਆ ਦੇ ਦਿਓ, ਅੱਜ ਖਿਚੜੀ ਦੇ ਦਿਓ, ਅੱਜ ਸੂਪ ਦੇ ਦਿਓ। ਕਦੀ ਪਸ਼ੂ ਵੀ ਬੋਲਦਾ ਵੇਖਿਆ? ਅੱਛਾ, ਬੰਦਾ ਬਿਮਾਰ ਹੋਏਗਾ ਤਾਂ ਖੁਦ ਦੱਸੇਗਾ ਕਿ ਮੈਂ ਅੱਜ ਠੀਕ ਨਹੀਂ ਹਾਂ, ਮੈਨੂੰ ਹੌਸਪੀਟਲ ਲੈ ਜਾਓ। ਪਸ਼ੂ ਸਾਨੂੰ ਕਿੱਦਾਂ ਪਤਾ ਲੱਗਦਾ? ਉਹਦੇ ਗਾੜੀ ਅਸੀਂ ਪੱਠੇ ਰੱਖਦੇ ਹਾਂ, ਜਦੋਂ ਨਹੀਂ ਖਾਂਦਾ, ਬਹਿੰਦਾ ਵਾ ਜਾਂ ਉੱਠਦਾ ਵਾ, ਤੜਫਦਾ ਵਾ, ਫਿਰ ਸਾਨੂੰ ਸਮਝ ਆਉਂਦੀ ਅੱਜ ਸਾਡੀ ਮੱਝ, ਅੱਜ ਸਾਡੀ ਗਾਂ, ਜਿਹੜਾ ਵੀ ਪਸ਼ੂ ਘਰ 'ਚ ਰੱਖਿਆ ਠੀਕ ਨਹੀਂ ਹੈ। ਕਈ ਵਾਰੀ ਜੇ ਪਸ਼ੂ ਦੇ ਕੋਲ ਲਾਗੇ ਨਹੀਂ ਹੋਏਗਾ, ਸਾਰੀ ਰਾਤ ਸਵੇਰੇ ਪਤਾ ਲੱਗਣਾ ਉੱਠ ਕੇ ਵੀ ਪਸ਼ੂ ਬਿਮਾਰ ਸੀ ਰਾਤ ਦਾ। ਪਰ ਬੰਦਾ ਇੱਦਾਂ ਹੁੰਦਾ, ਪਰਿਵਾਰ ਦਾ ਜੀ ਰਾਤ ਹੀ ਠੰਦਾ, ਰਾਤ ਹੀ ਹੌਸਪੀਟਲ ਲੈ ਕੇ ਜਾਂਦੇ, ਰਾਤ ਹੀ ਗੱਡੀ 'ਚ ਉਹਨੂੰ ਹੌਸਪੀਟਲ ਲੈ ਕੇ ਜਾਂਦੇ। ਕਿਉਂਕਿ ਪਸ਼ੂ ਆ ਸ਼ਬਦਹੀਨ ਵਾ ਨਾ, ਜੇਬਾ ਨਾ ਬੋਲ ਸਕੇ, ਉਹ ਜ਼ੁਬਾਨ ਤੋਂ ਬੋਲੇ। ਪਰ ਮਾਨਸ ਜਨਮ ਬੋਲੇ ਬਚਨ ਅਨੇਕ ਹੈ। ਬੰਦਾ ਤਾਂ ਅਨੇਕਾਂ ਬਚਨ ਬੋਲਦਾ, ਕਿੰਨੇ ਸ਼ਬਦ ਬੋਲਦਾ ਬੰਦਾ, ਪਰ ਅਖੀਰ 'ਤੇ ਨਿਰਣਾ ਕੱਢਦਾ। ਕਹਿੰਦੇ ਸ਼ਬਦ ਸੁਰਤ ਸੁਣ ਸਮਝ ਬੋਲੇ ਵਿਵੇਕੀ। ਜੇ ਤੇ ਬੰਦਾ ਸ਼ਬਦ ਨੂੰ ਸੁਣ ਕੇ ਸਮਝ ਕੇ ਉਹਦੇ ਮੁਤਾਬਕ ਜ਼ਿੰਦਗੀ ਜੂਏ, ਫੇਰ ਤੇ ਇਹਦੀ ਰੀਸ ਕੋਈ ਨਹੀਂ।
ਨਾਤਰ ਅਚੇਤ ਪਸ਼ ਪ੍ਰੇਤ ਹੂੰ ਮੈਂ, ਹੈ ਤੇ ਜੇ ਇਹਦੇ ਕੋਲ ਅਕਲ ਹੈ ਨਹੀਂ ਫਿਰ ਤਾਂ ਪਸ਼ੂਆਂ ਵਿੱਚੋਂ ਹੀ ਇੱਕ ਪਸ਼ੂ ਆ। ਹੈਗਾ ਫਰਕ ਬੜਾ ਵੱਡਾ, ਪਰ ਜੇ ਇਹਨੇ ਸਿਆਣਪ ਜ਼ਿੰਦਗੀ 'ਚ ਨਾ ਲਿਆਂਦੀ ਫਿਰ ਪਸ਼ੂਆਂ 'ਚੋਂ ਇੱਕ ਪਸ਼ੂ ਆ ਵਾ, ਫਿਰ ਤਾਂ ਪਸ਼ੂਆਂ ਵਿੱਚੋਂ ਇੱਕ ਪਸ਼ੂ ਆ। ਤੇ ਪਰ ਕਦੀ ਕਦੀ ਸੋਚਦਾ ਹੁੰਦਾ ਵੀ ਪਸ਼ੂਆਂ ਵੀ, ਜੇ ਪਸ਼ੂਆਂ ਵਿੱਚੋਂ ਇੱਕ ਪਸ਼ੂ ਕਹਿ ਤਾ ਨਾ, ਪਸ਼ੂਆਂ ਨੇ ਵੀ ਕੱਲ੍ਹ ਨੂੰ ਕਹਿ ਦੇਣਾ ਵੀ ਭਾਈ ਤੁਸੀਂ ਇਸ ਬੰਦੇ ਨੂੰ ਪਸ਼ੂ ਕਹਿ ਕੇ ਸਾਡਾ ਨਿਰਾਦਰ ਕੀਤਾ। ਬਹੁਤ ਬੰਦੇ ਆ ਜਿਨ੍ਹਾਂ ਵਿਆਹ ਕਰਾਏ ਆ, ਨਸ਼ੇ ਕਰਦੇ ਆ, ਪਰ ਬੱਚਿਆਂ ਦਾ ਨਹੀਂ ਪਤਾ ਕਿਹੜੇ ਸਕੂਲ 'ਚ ਪੜ੍ਹਦੇ ਆ। ਪਤਨੀਆਂ ਵਿਚਾਰੀਆਂ ਲੋਕਾਂ ਦੇ ਬਰਤਨ ਮਾਂਜ ਕੇ ਘਰ ਦਾ ਗੁਜ਼ਾਰਾ ਕਰਦੀਆਂ। ਅਸੀਂ ਉਹਨਾਂ ਨੂੰ ਕਈ ਵਾਰੀ ਪਸ਼ੂ ਕਹਿ ਦਿੰਦੇ, ਡੰਗਰ ਕਹਿ ਦਿੰਦੇ ਹਾਂ, ਅਤੇ ਪਸ਼ੂ ਪਾਸੇ ਬੈਠਾ ਸੋਚਦਾ, ਉਹ ਕਹਿੰਦਾ ਭਾਈ ਇਹਨੂੰ ਪਸ਼ੂ ਡੰਗਰ ਕਹਿ ਕੇ ਸਾਡੀ ਬੇਇੱਜ਼ਤੀ ਨਾ ਕਰੋ। ਕਿਸਾਨ ਨੇ 4 ਮੱਝਾਂ ਗਾਵਾਂ ਰੱਖੀਆਂ, ਉਹਦਾ ਦੁੱਧ ਵੇਚ ਕੇ ਬੱਚਿਆਂ ਦੀਆਂ ਫੀਸਾਂ ਤਾਰਦਾ, ਘਰ ਦਾ ਰਾਸ਼ਨ ਆਉਂਦਾ। ਉੱਥੇ ਸ਼ਬਦ ਵਰਤਿਆ, ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇਂ ਅੰਮ੍ਰਿਤ ਦੇ, ਨਾਮ ਵੀ ਹੁਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਇਹ ਕੌਣ ਲੋਕ ਆ ਜਿਨ੍ਹਾਂ 'ਚੋਂ ਧਰਮ ਨਿਕਲ ਗਿਆ? ਉਹ ਪਸ਼ੂਆਂ ਦੀ ਕਤਾਰ 'ਚ ਖਲੋਂਦੇ ਆ। ਉਹੀ ਫਿਰ ਹੈ ਕਰਕੇ ਉਹ ਇਹ ਕਰੇ ਨਾ, ਗੱਲਾਂ ਪਿੱਟਣ ਸਿਰ ਕੁਹੇਨ, ਅਤੇ ਅਖੀਰ 'ਤੇ ਕਹਤਾ ਨਾਉ ਲੈਣ ਜਿਹੜਾ ਨਾਮ ਲੈਂਦੇ ਆ, ਅਰ ਕਰਨ ਸਮਾਏ ਜਿਹੜੇ ਸਦਾ ਤੁਹਾਡੇ ਵਿੱਚ ਸਮਾਏ ਰਹਿੰਦੇ ਆ, ਨਾਨਕ ਤਿਨ ਬਲਿਹਾਰੇ ਜਾਏ। ਕਿੱਦਾਂ ਸਮਾਏ ਰਹਿੰਦੇ? ਗੁਰ ਕਿਰਪਾ ਜੀ ਨਰਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਸਾਧ ਸੰਗਤ ਜੀ, 1410 ਨੰਬਰ ਅੰਕ 'ਤੇ ਇਹ 6 ਨੰਬਰ ਸਲੋਕ ਜਿਸ ਦਾ ਆਪਾਂ ਪਾਠ ਅਤੇ ਵਿਚਾਰ ਸਾਂਝੇ ਕੀਤੇ ਨੇ। ਆਓ ਰਲ ਮਿਲ ਕੇ ਇੱਦਾਂ ਆਪਾਂ ਬਾਣੀ ਆਪ ਪੜ੍ਹਦੇ ਜਾਈਏ, ਵਿਚਾਰ ਕਰਦੇ ਜਾਈਏ, ਇਕੱਲੇ ਸਲੋਕ ਨੂੰ ਆਪਾਂ ਇੱਦਾਂ ਸਮਝਦੇ ਜਾਣਾ, ਤਾਂ ਕਿ ਸਾਨੂੰ ਗੁਰੂ ਪਾਤਸ਼ਾਹ ਜੀ ਦੇ ਇਹਨਾਂ ਅਮੋਲਕ ਬਚਨਾਂ ਮੁਤਾਬਕ ਆਪਣਾ ਜੀਵਨ ਜਿਉਣ ਦੀ ਜਾਚ ਆ ਸਕੇ। ਸਾਰਿਆਂ ਦਾ ਧੰਨਵਾਦ ਜੀ। ਅਸੀਂ ਗੁਰੂ ਦੀ ਬਾਣੀ ਨੂੰ ਆਪ ਪੜ੍ਹਦੇ ਹਾਂ, ਵਿਚਾਰਦੇ ਹਾਂ। ਸਿੱਖੀ ਲਹਿਰ TV ਰਾਹੀਂ ਤੁਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਘਰਾਂ 'ਚ ਬੈਠੇ ਹਾਂ। ਗੁਰਮਤਿ TV USA, ਉਹਦੇ ਰਾਹੀਂ ਵੀ ਲੋਕ ਘਰਾਂ ਵਿੱਚ ਬੈਠਿਆਂ ਸਰਵਣ ਕਰ ਰਹੇ ਆ। ਸੰਗਤਾਂ ਆਪਣੇ ਘਰਾਂ 'ਚ ਬੈਠਿਆਂ ਆਨੰਦ ਲੈ ਰਹੀਆਂ ਨੇ। ਜਿੰਨੇ ਵੀ TV ਸਾਧਨਾਂ ਵਾਲੇ, ਦੇਸੀ TV ਹੋ ਗਿਆ, ਜਿੰਨੇ ਵੀ TV ਚੈਨਲਾਂ ਵਾਲੇ ਆਪਣੇ ਘਰਾਂ 'ਚ ਬੈਠੇ ਇਹ ਸਾਰਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾ ਰਹੇ ਆ। ਧੰਨਵਾਦ ਉਹਨਾਂ ਸਾਰੇ ਵੀਰਾਂ ਦਾ, ਉਸ ਟੀਮ ਦਾ, ਕਿ ਜੋ ਇਹ ਆਪਾਂ ਰਲ ਕੇ ਸ਼ਬਦ ਦੀ ਵਿਚਾਰ ਕਰ ਰਹੇ ਹਾਂ, ਸਾਰੇ ਆਪਣਾ ਆਪਣਾ ਬਣਦਾ ਯੋਗਦਾਨ ਪਾ ਰਹੇ ਆ। ਆਓ ਲਾਭ ਪ੍ਰਾਪਤ ਕਰੀਏ ਅਤੇ ਸਰੋਤਿਆਂ ਦੀ ਜਾਣਕਾਰੀ ਵਾਸਤੇ ਦੱਸ ਦਈਏ ਵੀ ਗੁਰਮਤਿ ਗਿਆਨ USA ਜਿਹੜਾ ਉੱਥੋਂ ਦੇ ਉਦਮੀ ਵੀਰਾਂ ਨੇ ਰਲ ਕੇ ਇੱਕ TV ਚੈਨਲ ਜਿਹੜਾ ਵਾ, ਉਹ ਪਿਓਰ ਗੁਰਮਤ ਦਾ TV ਚੈਨਲ, ਜਿੱਥੇ ਸਿਰਫ ਗੁਰਮਤ ਦੇ ਪ੍ਰੋਗਰਾਮ ਆਉਂਦੇ ਆ। ਜਿੰਨੇ ਆਪਣੇ ਸਮਾਗਮ ਲਾਈਵ ਚੱਲਦੇ ਆ, ਜਿੰਨੀਆਂ ਗੁਰਮਤ ਦੀਆਂ ਵਿਚਾਰਾਂ ਇੱਥੇ ਆਪਾਂ ਸਟੂਡੀਓ 'ਚ ਬੈਠ ਕੇ ਕਰਦੇ ਹਾਂ, ਇਹ ਸਾਰੇ ਸਮਾਗਮ ਉੱਥੇ TV 'ਤੇ ਉਹ ਹਰ ਦੇਸ਼ ਵਿੱਚ, ਭਾਵੇਂ ਉਹ ਕੈਨੇਡਾ ਹੋਵੇ, ਅਮਰੀਕਾ ਹੋਵੇ, ਇੰਗਲੈਂਡ ਹੋਵੇ, ਆਸਟ੍ਰੇਲੀਆ, ਨਿਊਜ਼ੀਲੈਂਡ, ਇਹਨਾਂ ਕੰਟਰੀਆਂ ਵਿੱਚ ਘਰਾਂ 'ਚ ਬੈਠੇ ਸਰੋਤੇ ਵੀ ਇਹ ਸਮਾਗਮ ਫੇਸਬੁੱਕ ਤੋਂ ਬਿਨਾਂ ਵੀ, YouTube ਤੋਂ ਬਿਨਾਂ ਵੀ ਆਪਣੇ ਘਰਾਂ 'ਚ, TV ਰਾਹੀਂ ਵੀ ਆਪਣੇ ਘਰਾਂ 'ਚ, LCD LED ਰਾਹੀਂ ਆਪਣੇ ਘਰਾਂ 'ਚ ਬੈਠੇ ਹੋਏ ਇਹ ਸਮਾਗਮ ਸਾਰੇ ਸਰਵਣ ਕਰਦੇ ਨੇ। ਸਾਰਿਆਂ ਦਾ ਧੰਨਵਾਦ। ਗੁਰੂ ਬਖਸ਼ਿਸ਼ ਕਰੇ। ਅਜੋਕੇ ਸਮੇਂ ਸਾਡੇ ਕੋਲ ਏਡੇ ਵਧੀਆ ਸਾਧਨ ਨੇ ਕਿ ਅਸੀਂ ਇੱਕ ਵਾਰ ਕਹੀ ਹੋਈ ਗੱਲ ਹਜ਼ਾਰਾਂ ਕਰੋੜਾਂ ਵਿਅਕਤੀਆਂ ਤੱਕ ਪਹੁੰਚਾ ਸਕਦੇ ਹਾਂ। ਆਓ ਇਹਨਾਂ ਸਾਧਨਾਂ ਦਾ ਅਸੀਂ ਫਾਇਦਾ ਚੱਕੀਏ ਅਤੇ ਗੁਰੂ ਦੇ ਉਪਦੇਸ਼ ਨੂੰ ਘਰ ਘਰ ਪਹੁੰਚਾਉਣ ਵਿੱਚ ਆਪਣਾ ਰਲ ਮਿਲ ਕੇ ਯੋਗਦਾਨ ਪਾਈਏ। ਸਾਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।